ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਮਾਨ ਮਹਤ ਨਾ ਸਕਤ ਹੀ ਕਾਈ, ਸਾਦਾ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਣੇ ਕੀਓ। ਪਹੰਡਾਤ ਹੋਏ ਬੈਸ ਧੂਪ ਦੇਵੋ, ਤਉ ਦੂਦੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਜਪੋ ਤਾ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਬੇਸੁਮਾਰ ਅਥਾਹ ਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਡਗਮਗ ਕਿਆ ਕਰਹਿ, ਕਹਾ ਡੁਲਾਵਹਿ ਜੀਓ। ਸਰਬ ਸੂਖ ਕੋ ਨਏ ਕੋ, ਰਾਮ ਨਾਮ ਰਸ ਪੀਓ। कबीर कंचन के कुंडल बने, ऊपर लाल जड़ाओ। जी सहे दह दे कान ज्यो, जिन मन नाही नाओ। कबीर ऐसा एक आद, जो जीवत मृतक होए। निरभय होए कै गुण रवै, जत पेखो तत सोए। कबीर जा दिन हो मूआ, पाछै भया आनंद। मोहे मिल्यो प्रभ आपना, संगी भजहि गोबिंद। मोहे मिल्यो प्रभ आपना, संगी भजहि गोबिंद। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज दीनानाथ, दीन प्रतिपालक, दीन दर्द निवारक, दीन करुणामय सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है। सतगुरु साहिब जी की अपार बख्शिश है, जो सतगुरु साहिब जी ने सानू सब नूं सत संगत रूप विच अपनी पावन पवित्र हजूरी विच जुड़ बैठ के अमृतमई बाणी दे शब्द कीर्तन शब्द विचार के अभ्यास नाल जुड़ के
ਸਾਨੂੰ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠ ਕੇ ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਗੁਰੂ ਬਖਸ਼ਿਸ਼ ਨੂੰ ਮਾਨਣ ਦਾ, ਪ੍ਰਾਪਤ ਕਰਨ ਦਾ ਆਪਣੇ ਜੀਵਨ ਦੀ ਪ੍ਰਮੁੱਖ ਸਾਧਨਾ ਕਰਨ ਦਾ ਯਤਨ ਕਰ ਰਹੇ ਸਾਂ। ਸਤਿਗੁਰੂ ਸਾਹਿਬ ਦੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਭਾਂਡਾ ਧੋਏ ਬੈਸ ਧੂਪ ਦੇਵਹੁ, ਤਉ ਦੂਧੈ ਕੋ ਜਾਵਹੁ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੁ। ਸੰਸਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਦ ਉੱਤਮ ਅਵਸਥ ਗ੍ਰਹਿਣ ਕਰਨੀ ਹੋਵੇ, ਉੱਤਮ ਅਵਸਥ ਦੀ ਪ੍ਰਾਪਤੀ ਲੋੜੀਂਦੀ ਹੋਵੇ, ਅਤੇ ਉਦੋਂ ਜਿਹੜਾ ਭਾਂਡਾ ਹੈ ਉਹ ਬੜਾ ਸਵੱਛ, ਬੜਾ ਪਾਕ ਕੀਤਾ, ਬੜਾ ਸਵਾਰਿਆ ਹੋਣਾ ਚਾਹੀਦਾ, ਤਾਂ ਕਿ ਉੱਤਮ ਅਵਸਥ ਪਹਿਲੀ ਗੱਲ ਤਾਂ ਉਹਦੇ ਵਿੱਚ ਟਿਕ ਸਕੇ, ਅਤੇ ਟਿਕਣ ਤੋਂ ਬਾਅਦ ਉਸ ਉੱਤਮ ਭਾਂਡੇ ਵਿੱਚ ਟਿਕੀ ਹੋਈ ਵਸਤ ਵੀ ਸ਼ੋਭਾ ਪਾਵੇ ਅਤੇ ਭਾਂਡੇ ਦੀ ਵੀ ਮਹੱਤਤਾ, ਉਹਦੀ ਵੀ ਇੱਕ ਸਿਫਤ ਬਣੀ ਰਹੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਂਡਾ ਧੋਏ, ਭਾਂਡਾ ਭਾਵ ਗੁਰੂ ਕੀ ਸ਼ਬਦ ਵਿਚਾਰ ਰੂਪ ਅੰਮ੍ਰਿਤ ਨੂੰ ਜਿਸ ਬੁੱਧੀ ਰੂਪੀ ਭਾਂਡੇ ਵਿੱਚ ਟਿਕਾਉਣਾ ਹੈ, ਪਹਿਲਾਂ ਉਹਦੇ ਵਿੱਚੋਂ ਦਵੈਤ, ਉਹਦੇ ਵਿੱਚੋਂ ਸੰਸਾਰ ਦੀ ਚਿਤਵਣੀ, ਉਹਦੇ ਵਿੱਚੋਂ ਜਿਹੜੇ ਮਨ ਦੇ ਉਤੇਜਿਤ ਖਿਆਲਾਂ ਦਾ ਅਧੂਰਾਪਣ ਬਣਿਆ ਪਿਆ, ਪਹਿਲਾਂ ਉਹਨੂੰ ਕੱਢ ਦਿਓ। ਉਹਦੇ ਵਿੱਚ ਗੁਰੂ ਕੇ ਸ਼ਬਦ ਦੀ ਅੰਮ੍ਰਿਤ ਰੂਪ ਵਸਤ ਨੂੰ ਰੱਖੋ। ਤਉ ਦੂਧੈ ਕੋ ਜਾਵੋ, ਫਿਰ ਉਹਦੇ ਸਹਿਤ ਭਾਵ ਕਿ ਸਤਸੰਗਤ ਵਿੱਚ ਆਉਣਾ, ਕਿ ਆਪਣੇ ਆਪ ਨੂੰ ਸੰਸਾਰ ਦੇ ਸਾਰੇ ਪ੍ਰਭਾਵਾਂ ਤੋਂ, ਉਲਾਰਾਂ ਤੋਂ, ਅਧੂਰੇ ਦ੍ਰਿਸ਼ਟੀਕੋਣਾਂ ਤੋਂ ਜਾਂ ਮਨ ਦੇ ਅਸਾਧ ਆਵੇਗਾਂ ਤੋਂ ਕਾਫੀ ਹੱਦ ਤੱਕ ਮੁਕਤ ਕਰਕੇ ਬੈਠਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਜਿਵੇਂ ਇੱਕ ਵਾਰੀ ਸੁਆਣੀ ਦੁੱਧ ਨੂੰ ਜਾਗ ਲਗਾ ਦਿੰਦੀ ਹੈ ਤਾਂ ਫਿਰ ਉਹ ਦੁਬਾਰਾ ਨਹੀਂ ਦੇਖਦੀ ਬਾਰ-ਬਾਰ ਖੋਲ੍ਹ ਕੇ ਕਿ ਇਹ ਬਣ ਗਿਆ ਜਾਂ ਨਹੀਂ, ਸੁਭਾਵਿਕ ਉਦੋਂ ਹੀ ਖੋਲ੍ਹਦੀ ਹੈ। ਉਹਦੇ ਅਨੁਭਵ ਦੇ ਵਿੱਚ ਐਸਾ ਕੁਝ ਪਿਆ ਹੁੰਦਾ ਹੈ ਜਦੋਂ ਵਸਤ ਪੂਰੀ ਤਰ੍ਹਾਂ ਜੰਮ ਚੁੱਕੀ ਹੁੰਦੀ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਇੱਕ ਵਾਰੀ ਭਗਤੀ ਕਰਮ 'ਤੇ ਚੱਲ ਪਾਓ, ਰੋਜ਼ਾਨਾ ਨੂੰ ਦ੍ਰਿੜ ਕਰਦੇ ਰਹੋ, ਕਦੀ ਉਹਨੂੰ ਪ੍ਰਸ਼ਿਕਸ਼ਣ ਦੇ ਵਿੱਚ ਜਾਂ ਦੁਬਾਰਾ ਜਾਂਚਣ ਦੇ ਨੁਕਤੇ ਤੋਂ ਨਾ ਦੇਖੋ, ਸਦਾ ਹੀ ਇਸ ਅਭਿਆਸ ਦੇ ਵਿੱਚ ਲੱਗੇ ਰਹੋ, ਅਤੇ ਇਹਦੇ ਸਦਕਾ ਹੀ ਅਧਿਆਤਮਿਕ ਸਾਧਨਾ ਸਫਲ ਹੁੰਦੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਵਡਭਾਗੇ ਹੋ ਜੋ ਐਸਾ ਨਿਰਮਲ ਯਤਨ ਰੋਜ਼ਾਨਾ ਕਰਦੇ ਹੋ। ਸਤਿਗੁਰੂ ਕੀ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸ਼ਲੋਕਾਂ ਦੀ ਲੜੀਵਾਰ ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਡਗਮਗ ਕਿਆ ਕਰਹਿ, ਕਹਾ ਡੁਲਾਵਹਿ ਜੀਓ। ਧੰਨ ਭਗਤ ਕਬੀਰ ਸਾਹਿਬ ਜੀ ਜੋ ਸਾਨੂੰ ਸ਼ਲੋਕਾਂ ਦੀ ਬਖਸ਼ਿਸ਼ ਦੁਆਰਾ ਨਵਾਜ਼ਿਸ਼ ਕਰ ਰਹੇ ਹਨ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਤੀਸਰੇ ਸ਼ਲੋਕ ਦੇ ਆਰੰਭ 'ਤੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਡਗਮਗ ਕਿਆ ਕਰਹਿ, ਕਾਹਾ ਡੁਲਾਵਹਿ ਜੀਓ। ਆਮ ਕਰਕੇ ਮਨੁੱਖ ਦਾ ਸੁਭਾਅ ਹੈ, ਉਹਦਾ ਮਨ ਦੋ ਪਾਸਿਆਂ ਵੱਲ ਹਰ ਵੇਲੇ ਧਾਉਂਦਾ ਰਹਿੰਦਾ ਹੈ। ਕਦੇ ਸੱਚ ਵਾਲੇ ਪਾਸੇ ਉਲਾਰ ਹੋ ਗਿਆ, ਕਦੇ ਝੂਠ ਦੇ ਨਾਲ ਦੋਸਤੀ ਪੈ ਗਈ, ਕਦੇ ਸਚਿਆਰੀ ਜੀਵਨ ਦਾ ਚਾਅ ਪੈਦਾ ਹੋ ਗਿਆ, ਕਦੇ ਕੂੜ ਵੱਲ ਆਕਰਸ਼ਣ ਜਾਗ ਪਿਆ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਡਗਮਗ, ਡਗ ਦਾ ਮਗ ਦਾ ਮਤਲਬ ਹੈ ਜਿਹੜਾ ਥਿਰ ਨਾ ਰਹਿ ਰਿਹਾ ਹੋਵੇ, ਜਿਹੜਾ ਬਾਰ-ਬਾਰ ਥਿੜਕ ਰਿਹਾ ਹੋਵੇ, ਬਾਰ-ਬਾਰ ਉਹਦਾ ਕੋਈ ਟਿਕਾ ਨਾ ਬਣ ਰਿਹਾ ਹੋਵੇ, ਉਹਨੂੰ ਕਿਹਾ ਜਾਂਦਾ ਡਗਮਗ। ਭਾਵ ਕਿ ਜਦੋਂ ਰੱਖਦਾ ਹੈ, ਡਗ ਦਾ ਭਾਵ ਰੱਖਦਾ ਹੈ, ਮਗ ਦਾ ਭਾਵ ਫਿਰ ਦੁਬਾਰਾ ਕਿਸੇ ਦੂਜੀ ਚੀਜ਼ ਵਾਲੇ ਪਾਸੇ ਗਿਰ ਜਾਂਦਾ ਜਾਂ ਉਲਾਰ ਹੋ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਡਗਮਗ ਕਿਆ ਕਰੇ। ਭਗਤ ਕਬੀਰ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਿਤ ਹੋ ਰਹੇ ਹਨ। ਡਗਮਗ ਕਿਆ ਕਰੇ, ਹੇ ਮਨ ਡਗਮਗ ਕਾਹਦਾ ਚੱਲ ਰਿਹਾ ਹੈ, ਮਨ ਟਿਕਾ ਕਿਉਂ ਨਹੀਂ ਬਣ ਰਿਹਾ ਤੇਰਾ। ਕਾਹਾ ਡੁਲਾਵੇ ਜੀਓ, ਅਤੇ ਜੀਓ ਦਾ ਭਾਵ ਕਿ ਚਿੱਤ। ਹੇ ਮੇਰੇ ਚਿੱਤ ਤੂੰ ਬਾਰ-ਬਾਰ ਕਿਉਂ ਡੁੱਲਦਾ ਹੈ, ਬਾਰ-ਬਾਰ ਕਿਉਂ ਇਹਨਾਂ ਚੀਜ਼ਾਂ ਤਰਫ ਆਕਰਸ਼ਿਤ ਹੁੰਨਾ ਹੈ। ਗੁਰੂ ਅੱਗੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਜਿਹੜਾ ਸਾਰਿਆਂ ਭਵਨਾਂ ਦਾ ਨਾਇਕ ਹੈ, ਸਾਰੇ ਸੰਸਾਰ ਦਾ ਸਿਰਜਕ ਹੈ, ਹਰੇਕ ਰਚਨਾ ਦਾ ਕਰਤਾ ਹੈ, ਸਭ
ਬ੍ਰਹਿਮੰਡ ਦੀ ਸੰਭਾਲ ਕਰਨ ਵਾਲਾ ਹੈ, ਉਸ ਦੇ ਰਮੰਤੀ ਰਾਮ ਉਹਦੀ ਸੱਤਾ ਰੂਪ ਨੂੰ ਨਾਮ ਰੂਪ ਦੇ ਵਿੱਚ ਜਾਣੋ ਅਤੇ ਉਹਦਾ ਬੰਦਗੀ ਦੁਆਰਾ ਸਿਫਤ ਦੁਆਰਾ ਆਹਾਰ ਕਰਕੇ ਅਤੇ ਉਹਦੇ ਵਿੱਚੋਂ ਇੱਕ ਐਸਾ ਪਰਮ ਰਸ ਗ੍ਰਹਿਣ ਕਰੋ ਜਿਹੜਾ ਮਨ ਦੇ ਡਗਮਗ ਨੂੰ ਵੀ ਰੋਕ ਦਿੰਦਾ ਹੈ ਅਤੇ ਚਿੱਤ ਨੂੰ ਵੀ ਥਿਰ ਕਰ ਦਿੰਦਾ ਹੈ। ਇਸ ਸ਼ਲੋਕ ਦਾ ਸਰਲ ਭਾਵ ਹੈ। ਗਹਿਰਾ ਵਾਚਣ ਦਾ, ਥੋੜ੍ਹਾ ਸਮਝਣ ਦਾ ਯਤਨ ਕਰੀਏ ਤਾਂ ਕਬੀਰ ਡਗਮਗ ਕਿਆ ਕਰਹਿ। ਉਦਾਹਰਨ ਦੇ ਤੌਰ 'ਤੇ ਮਨੁੱਖ ਦੇ ਕਦਮ ਕਦੋਂ ਡਗਮਗਾਉਂਦੇ ਨੇ? ਯਕੀਨਨ ਹੈ ਜਦੋਂ ਮਨੁੱਖ ਨੇ ਨਸ਼ੇ ਦੀ ਹਾਲਤ ਵਿੱਚ ਹੋਵੇ, ਜਾਂ ਸਰੀਰ ਦੇ ਵਿੱਚ ਸੰਭਲਣ ਦਾ ਬਲ ਨਾ ਹੋਵੇ, ਜਾਂ ਜਿੱਥੇ ਚੱਲ ਰਿਹਾ ਉੱਥੇ ਚਿੱਕੜ ਦੀ ਹਾਲਤ ਹੋਵੇ ਅਤੇ ਫਿਸਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਡਗਮਗ ਕਿਆ ਕਰਹਿ। ਹੇ ਮਨੁੱਖ, ਇਹਦਾ ਮਤਲਬ ਹੈ ਮਨੁੱਖ ਉਦੋਂ ਹੀ ਥਿੜਕਦਾ ਹੈ, ਉਦੋਂ ਹੀ ਉਹਦੇ ਕਦਮ, ਉਹਦਾ ਮਨ ਟਿਕਾ ਭਰਿਆ ਨਹੀਂ ਬਣਦਾ ਜਦੋਂ ਮਨ ਦੇ ਅਧੀਨ ਹੈ ਅਤੇ ਮਨ ਵਿਕਾਰਾਂ ਦੇ ਅਧੀਨ ਹੈ ਅਤੇ ਵਿਕਾਰ ਮਾਇਆ ਤੋਂ ਉਪਜਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਡਗਮਗ ਕਿਆ ਕਰੇ। ਔਰ ਇਸ ਡਗਮਗ ਦਾ ਭਾਵ ਹੈ ਕਿ ਜਦੋਂ ਵਿਕਾਰਾਂ ਸਹਿਤ ਹੋ ਗਿਆ, ਜਦੋਂ ਵਿਕਾਰਾਂ ਵਾਲੇ ਪਾਸੇ ਜਾਂਦਾ ਉਦੋਂ ਉਹ ਚੰਗੇ ਲੱਗਦੇ ਨੇ। ਉਦੋਂ ਲੱਗਦਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ ਦੇ ਜਿਹੜੇ ਰਸ ਨੇ ਇਹ ਬੜੇ ਚੰਗੇ ਨੇ। ਜਦੋਂ ਥੋੜ੍ਹਾ ਜਿਹਾ ਅਧਿਆਤਮਿਕ ਪਾਸੇ ਵਾਲੇ 2 ਕਦਮ ਪੁੱਟ ਲੈਂਦਾ ਹੈ ਉਦੋਂ ਲੱਗਦਾ ਨਹੀਂ ਕਿ ਇਹ ਜ਼ਿਆਦਾ ਜੀਵਨ ਚੰਗਾ, ਇਹਦੇ ਵਿੱਚ ਜ਼ਿਆਦਾ ਸਕੂਨ ਹੈ, ਜ਼ਿਆਦਾ ਟਿਕਾ ਹੈ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਡਗਮਗ ਬਣੀ ਰਹਿੰਦੀ ਹੈ। ਜਦੋਂ ਵਿਕਾਰਾਂ ਵਾਲੇ ਪਾਸੇ ਜਾਂਦਾ ਉਦੋਂ ਉਹ ਚੰਗੇ ਲੱਗਣ ਲੱਗ ਪੈਂਦੇ ਨੇ। ਜਦੋਂ ਅਧਿਆਤਮਿਕ ਸਾਧਨਾ ਕਰਨ ਵਾਲਾ ਤੋਂ ਕੋਈ 2 ਮਿੰਟ 5 ਮਿੰਟ ਸਾਧਨਾ ਕਰਦਾ ਹੈ ਉਹ ਚੰਗੀ ਲੱਗ ਪੈਂਦੀ ਹੈ, ਪਰ ਥਿਰ ਨਹੀਂ ਰਹਿ ਰਿਹਾ। ਇਹਨੂੰ ਐਂ ਕਹਿ ਲਵੋ ਕਿ 2 ਬੇੜੀਆਂ 'ਚ ਪੈਰ ਰੱਖਣ ਵਾਲੀ ਗੱਲ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਡਗਮਗ ਕਿਆ ਕਰੇ। ਕਦੀ ਸੰਸਾਰ ਬੜਾ ਚੰਗਾ ਲੱਗਦਾ ਹੈ, ਕੋਈ ਨਿਰੰਕਾਰ ਦੀ ਗੱਲ ਨੇੜੇ ਆ ਕੇ ਕਰੇ, ਕਹਿਣ ਲੱਗਾ ਵਿਅਰਥ ਦੀ ਗੱਲ ਹੈ, ਸੰਸਾਰ ਹੀ ਕੰਪਲੀਟ ਹੈ। ਕਦੇ ਸਚਿਆਰ ਜੀਵਨ ਜਿਹੜਾ ਬੰਦਗੀ ਵਾਲਾ, ਸੇਵਾ ਸਿਮਰਨ ਵਾਲਾ, ਸ਼ੁਭ ਗੁਣਾਂ ਦੀ ਸਾਧਨਾ ਵਾਲਾ ਜੀਵਨ ਹੈ, ਬੜਾ ਚੰਗਾ ਲੱਗਦਾ ਹੈ। ਕਦੀ ਕਹਿੰਦਾ ਕਿ ਇਹ ਜੀਵਨ ਨੀਰਸ ਹੈ, ਅਸਲ 'ਚ ਵਿਕਾਰਾਂ ਦੇ ਵਿੱਚ ਰਸ ਹੈ। ਕਦੇ ਕੂੜ ਦੇ ਨਾਲ ਨਾਤਾ ਬਣਿਆ ਰਹਿੰਦਾ ਹੈ, ਕਦੇ ਸੱਚ ਜੀਵਨ ਦੀ ਚਾਹਤ ਜਾਗ ਪੈਂਦੀ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਡਗਮਗ ਕਿਆ ਕਰੇ। ਡਗਮਗ ਕਿਉਂ ਚੱਲ ਰਿਹਾ ਹੈ, ਥਿੜਕਣਾ ਕਿਉਂ ਚੱਲ ਰਹੀ ਹੈ ਤੇਰੀ? ਮਨ ਸਾਬਤ ਕਰਮ ਟਿਕਾ ਵਾਲਾ ਕਦਮ ਤੂੰ ਕਿਉਂ ਨਹੀਂ ਰੱਖਦਾ? ਤਾਂ ਕਹਾਂ ਡੁਲਾਵੇ ਜੀਓ। ਜੀਓ ਦਾ ਭਾਵ ਹੈ ਕਿ ਜਿਹੜਾ ਚਿੱਤ ਹੈ ਬਾਰ-ਬਾਰ ਕਿਉਂ ਭਰਮਦਾ ਹੈ, ਕਿਉਂ ਬਾਰ-ਬਾਰ ਚਿੱਤ ਦੇ ਵਿੱਚ ਸੰਸਾਰ ਦੀ, ਵਿਕਾਰਾਂ ਦੀ ਜਾਂ ਹਉਮੈ ਦੀ ਚਾਹਤ ਪੈਦਾ ਹੁੰਦੀ ਹੈ। ਇਸ ਕਰਕੇ ਸ਼ਲੋਕ ਦਾ ਭਾਵ ਹੈ ਕਬੀਰ ਡਗਮਗ ਕਿਆ ਕਰੇ ਕਹਾ ਡੁਲਾਵੇ ਜੀਓ। ਜੀਵ ਦੀ ਡਗਮਗ ਉਦੋਂ ਹੁੰਦੀ ਹੈ ਜਦੋਂ ਉਹ ਨਸ਼ੇ ਦੇ ਸਹਿਤ ਹੋਵੇ ਅਤੇ ਜਿਹਨੂੰ ਵਿਕਾਰਾਂ ਦੀ ਭਾ ਚੜ੍ਹੀ ਹੋਵੇ, ਫਿਰ ਉਹਦਾ ਮਨ ਸਾਬਤ ਨਹੀਂ ਰਹਿੰਦਾ ਅਤੇ ਮਨ ਕਿੰਨਾ ਵੀ ਟਿਕਾਉਣ ਦਾ ਯਤਨ ਕਰੇ ਉਹ ਨਹੀਂ ਟਿਕਦਾ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਾਂ ਡੁਲਾਵੇ ਜੀਓ, ਕਿ ਜਦੋਂ ਮਨ ਡੋਲ ਰਿਹਾ ਚਿੱਤ ਆਪਣੇ ਆਪ ਡੁੱਲੇਗਾ, ਕਿਉਂਕਿ ਮਨ ਖਿਆਲ ਐਸੇ ਦੇ ਰਿਹਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਇਹਦੇ ਵਿੱਚ ਕਿਹਾ ਕਿ ਜੇ ਮਾਇਆ ਦੀ ਆਕਰਸ਼ਣ ਭਰਮਾ ਰਿਹਾ ਹੈ ਅਤੇ ਆਪਣੇ ਬ੍ਰਹਮ ਸਰੂਪ ਵਾਲੇ ਪਾਸੇ ਜੁੜੋ। ਸਰਬ ਸੁਖ ਕੋ ਨਾਇਕੋ। ਸਰਬ ਸੁਖ ਕੋ ਨਾਇਕੋ ਦਾ ਭਾਵ ਕਿ ਅਕਾਲ ਪੁਰਖ ਸਿਰਜਣਹਾਰ ਹਰੇਕ ਰਚਨਾ ਦੇ ਵਿੱਚ ਬ੍ਰਹਮ ਸਰੂਪ ਹੋ ਕੇ ਸਮਾਇਆ ਹੋਇਆ ਹੈ ਅਤੇ ਬ੍ਰਹਮ ਸਰੂਪ ਕਰਕੇ ਉਹ ਆਤਮ ਸਰੂਪ ਪ੍ਰਕਾਸ਼ਮਾਨ ਹੈ। ਉਹਨੂੰ ਨਾਇਕ ਦਾ ਧਿਆਨ ਧਰੋ। ਅਸੀਂ ਮਾਇਆ ਨੂੰ ਨਾਇਕ ਮੰਨ ਲਿਆ ਅਤੇ ਉਹਦੇ ਪ੍ਰਭਾਵ ਅਧੀਨ ਜਾ ਰਹੇ ਹਾਂ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਮਝਣ ਵਾਲੀ ਗੱਲ ਹੈ, ਮਹਾ ਮਾਇਆ ਹੈ ਤਾਂ ਕਿ ਛਾਇਆ। ਮਾਇਆ ਇਵੇਂ ਹੈ ਕਿ ਰੁੱਖ ਪ੍ਰਭੂ ਨੇ ਪੈਦਾ ਕੀਤਾ ਅਤੇ ਉਹਦੀ ਛਾਂ ਨੂੰ ਮਨੁੱਖ ਨੇ ਮਾਇਆ ਮੰਨ ਲਿਆ ਅਤੇ ਉਹਦੇ ਨਾਲ ਜੁੜ ਗਿਆ। ਅਤੇ ਬਾਣੀ 'ਚ ਇੱਕ ਵਾਕ ਹੁੰਦਾ, ਬਿਰਖ ਕੀ ਛਾਇਆ ਸਿਓ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ। ਜਗਤ ਬਣਿਆ, ਪਰਿਵਾਰ ਬਣਿਆ, ਸਿਲਸਿਲੇ ਬਣੇ ਨੇ, ਪਦਾਰਥਾਂ ਦੇ ਬਣਨੇ ਹੀ ਨੇ। ਉਹਨਾਂ ਦੀ ਇੱਕ ਛਾਇਆ ਪੈਦਾ ਹੋਣੀ ਹੈ। ਛਾਇਆ ਸਦੀਵ ਨਹੀਂ ਹੈ, ਉਹਨਾਂ ਦੀ ਛਾਇਆ ਨੂੰ ਰਚਣ ਵਾਲਾ ਸਦੀਵ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਕੋਈ ਛਾਂ ਦੇ ਨਾਲ ਆਪਣੀ ਪਕੜ ਬਣਾਉਣ ਲੱਗੇ ਅਤੇ ਸੂਰਜ ਦੀ ਗਰਦਸ਼ ਘੁੰਮਣੀ ਹੈ ਅਤੇ ਛਾਂ ਦੂਜੇ ਪਾਸੇ ਚਲੀ ਜਾਣੀ ਹੈ, ਫਿਰ ਪਛਤਾਏਗਾ। ਪਦਾਰਥਾਂ ਦੇ ਨਾਲ, ਵਿਕਾਰਾਂ ਦੇ ਨਾਲ ਆਪਣਾ ਸੰਬੰਧ ਬਣਾ ਰਿਹਾ ਹੈ। ਜਦੋਂ ਜੀਵਨ ਦੀ ਗਰਦਸ਼ ਫਿਰ ਗਈ, ਸਰੀਰ ਦਾ ਬਲ ਘਟ ਗਿਆ ਅਤੇ ਉਹ ਵਿਕਾਰਾਂ ਦੇ ਰਸ ਜਿਹੜੇ ਹਨ ਫਿਰ ਕੌੜੇ ਪ੍ਰਤੀਤ ਹੋਣੇ ਸ਼ੁਰੂ ਹੋ ਜਾਣੇ ਹਨ ਅਤੇ ਮਨੁੱਖ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਛਾਂ ਦੀ ਬਜਾਏ ਜੇ ਜੱਫੀ ਪਾਉਣੀ ਹੈ, ਜੇ ਪਕੜ ਪਾਉਣੀ ਹੈ ਤਾਂ ਰੁੱਖ ਦੀ ਕਰੋ।
ਪਦਾਰਥਾਂ ਦੀ ਬਜਾਏ ਪਦਾਰਥਾਂ ਦੇ ਕਰਤੇ ਦੀ ਕਰੋ। ਮਾਇਆ ਦੀ ਬਜਾਏ ਜਿਹੜਾ ਮਾਇਆ ਦਾ ਕਰਤਾ ਹੈ, ਮਾਧਵ ਪਰਮੇਸ਼ਰ ਹੈ, ਉਸ ਦੀ ਪਕੜ ਕਰੋ। ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਭਾਵ ਕਿ ਉਹਦੀ ਚਿਤਵਣੀ ਦੇ ਵਿੱਚ, ਉਹਦੇ ਚਿੰਤਨ ਵਿੱਚ ਆਪਣਾ ਮਨ ਲਿਜਾਓ। ਫਿਰ ਸਮਝ ਆਏਗੀ ਕਿ ਮਾਇਆ ਦਾ ਕੌਤਕ ਹੈ, ਅਤੇ ਜਦੋਂ ਮਾਇਆ ਅਧੀਨ ਹੁੰਦਾ ਉਦੋਂ ਕਦਮ ਥੜਕਦੇ ਨੇ। ਜਦੋਂ ਬੰਦਾ ਬ੍ਰਹਮ ਸਰੂਪ ਹੋ ਜਾਂਦਾ ਹੈ, ਛਾਂ ਤਾਂ ਫਿਰਦੀ ਰਹਿਣੀ ਹੈ ਪਰ ਰੁੱਖ ਇੱਕੋ ਜਗ੍ਹਾ ਰਹਿਣਾ ਹੈ। ਇਸੇ ਪ੍ਰਕਾਰ ਜਦੋਂ ਜੀਵ ਆਪਣੇ ਮੂਲ ਨਾਲ ਜੁੜ ਜਾਂਦਾ ਹੈ, ਪਰਮ ਅਕਾਲ ਪੁਰਖ ਸਰੂਪ ਨਾਲ ਜੁੜ ਜਾਂਦਾ ਹੈ, ਤਾਂ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਨਾਮ ਰਸ ਪੀਓ। ਉਹਦਾ ਰਾਮ, ਉਹਦਾ ਭਾਵ ਕਿਵੇਂ ਜੁੜਦਾ ਹੈ? ਨਾਮ ਕਰਕੇ। ਭਾਵ ਕਿ ਉਹਦੀ ਯਾਦ, ਉਹਦੇ ਪ੍ਰਤੱਖ ਅਭਿਆਸ ਜਦੋਂ ਜੀਵ ਪੈਂਦਾ ਹੈ ਤਾਂ ਉਹਨੂੰ ਇੱਕ ਪਰਮ ਰਸ ਆਉਂਦਾ ਹੈ, ਜਿਹਦੇ ਵਿੱਚੋਂ ਵਿਕਾਰਾਂ ਦੇ ਜਿਹੜੇ ਰਸ ਹਨ ਖੀਣ ਹੋ ਜਾਂਦੇ ਹਨ। ਇਸ ਕਰਕੇ ਵਿਕਾਰਾਂ ਦਾ ਚੜ੍ਹਿਆ ਹੋਇਆ ਨਸ਼ਾ ਵੀ ਰਾਮ ਨਾਮ ਦੇ ਨਾਲ ਹੀ ਉਤਰ ਸਕਦਾ ਹੈ। ਹੁਣ ਇੱਕ ਮਨੁੱਖ ਦੇ ਅੰਦਰ ਨਿੰਦਿਆ ਦਾ ਰਸ ਬੜਾ ਗਹਿਰਾ ਚਲਿਆ ਗਿਆ, ਤਾਂ ਉਹ ਜਦੋਂ ਕਥਾ ਸੁਣੇਗਾ ਤਾਂ ਪਹਿਲੇ ਪੱਧਰ 'ਤੇ ਉਹਦੀ ਕਥਾ ਦੀ ਇਕਾਗਰਤਾ ਨਹੀਂ ਬਣੇਗੀ। ਪਰ ਜੇ ਇਕਾਗਰਤਾ ਨਹੀਂ ਬਣ ਰਹੀ ਤਾਂ ਇਹਦਾ ਭਾਵ ਕੁਝ ਨਹੀਂ ਹੈ, ਸਗੋਂ ਉਹਦੀ ਕਥਾ ਦੀ ਗਹਿਰਾਈ, ਕਥਾ ਦਾ ਅੰਮ੍ਰਿਤਮਈ ਭਾਵ ਉਹਦੀ ਨਿੰਦਿਆ ਭਰੀ ਬਿੱਖ ਨੂੰ ਕੱਟ ਰਿਹਾ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਬਾਣੀ ਦਾ ਪਾਵਨ ਵਾਕ ਅਸੀਂ ਅਕਸਰ ਪੜ੍ਹਦੇ ਹਾਂ, ਵਿਖੈ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਮਨ ਨੇ ਕਿਹਾ ਨਾ ਕਿ ਕੋਈ ਰਸ ਲੈ, ਉਹਨੂੰ ਛੱਡ ਦੇ। ਜਿਹੜਾ ਗੁਰੂ ਕੀ ਸ਼ਬਦ ਉਪਦੇਸ਼ ਵਾਲਾ ਬੁੱਧੀ ਦਾ ਨਿਰਣਾ ਕੋਈ ਗੱਲ ਆਖਦਾ ਹੈ, ਉਹਨੂੰ ਗ੍ਰਹਿਣ ਕਰੋ। ਕਬੀਰ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੰਨਾਂ ਦੇ ਵਿੱਚ ਸੋਨੇ ਦੇ ਵੱਡੇ ਕੁੰਡਲ, ਇੱਕ ਕੁੰਡਲ ਦਾ ਭਾਵ ਹੈ ਉਹ ਕੰਨ ਦੇ ਦੁਆਲੇ ਸਾਰਾ ਆ ਜਾਂਦਾ। ਕੰਚਨ ਕੇ ਕੁੰਡਲ ਬਨੇ, ਸੋਨੇ ਦੇ ਕੁੰਡਲ ਹੋਣ, ਕੰਨਾਂ ਵਿੱਚ ਧਾਰਨ ਕੀਤੇ ਹੋਣ। ਉਹਨਾਂ ਸੋਨੇ ਦੇ ਕੁੰਡਲਾਂ ਵਿੱਚ ਬੜੇ ਕੀਮਤੀ ਲਾਲ ਜੜੇ ਹੋਣ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਉਂ ਲੱਗਦੇ ਹਨ, ਦਿਸਹਿ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਉ। ਇਉਂ ਲੱਗਦੇ ਨੇ ਜਿਵੇਂ ਸੜੇ ਹੋਏ ਕਾਨੇ ਨੇ, ਉੱਤੋਂ ਬੜੇ ਚਮਕਦਾਰ ਲੱਗਦੇ ਨੇ ਪਰ ਅੰਦਰੋਂ ਸੁਆਹ ਭਰੀ ਹੁੰਦੀ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਮਨ ਨਾਹੀ ਨਾਉ, ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਯਾਦ ਨਹੀਂ ਹੈ, ਉਹ ਭਾਵੇਂ ਬਾਹਰੀ ਕਿੰਨੇ ਪ੍ਰਕਾਰ ਦਾ ਵੀ ਸ਼ਿੰਗਾਰ ਕਰਨ, ਉਹ ਕਿਸੇ ਪ੍ਰਕਾਰ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਕਿਉਂਕਿ ਅੰਦਰ ਜਿਹੜੀ ਹੈ, ਬਾਹਰੋਂ ਹੁਣ ਇਸ ਪੱਖ ਦੇ ਇਸ ਸ਼ਲੋਕ ਨੂੰ ਵੀ ਜੇ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ, ਸਰੀਰ ਦੀ ਸ਼ੋਭਾ ਤਾਂ ਗਹਿਣਿਆਂ ਦੇ ਨਾਲ ਵਧਾ ਲਈ। ਸਰੀਰ ਚਮਕਦਾਰ ਲੱਗੇ, ਸਰੀਰ ਦੇ ਵਿੱਚੋਂ ਸੁਗੰਧੀ ਆਵੇ, ਬਾਹਰ ਪਦਾਰਥ ਮੌਜੂਦ ਨੇ, ਗਹਿਣੇ ਮੌਜੂਦ ਨੇ, ਚੰਗੇ ਵਸਤਰ ਮੌਜੂਦ ਨੇ, ਉਹ ਗ੍ਰਹਿਣ ਕਰ ਲਏ। ਸਰੀਰ ਦੀ ਤਾਂ ਸ਼ੋਭਾ ਵੱਧ ਗਈ, ਸਰੀਰ ਤਾਂ ਗਹਿਣਿਆਂ ਦੇ ਸਹਿਤ ਸੱਜ ਗਿਆ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹੜੀ ਚੀਜ਼ ਤੈਨੂੰ ਸਵਾਰਨ ਦੇ ਲਈ ਮਿਲੀ ਹੈ, ਇਹ ਤਾਂ ਬੜਾ ਸਰਲ ਕਰਮ ਕਰ ਲਿਆ ਹੈ। ਸਰੀਰ ਨੂੰ ਸਜਾਉਣਾ ਹੈ, ਗਹਿਣੇ ਧਾਰਨ ਕਰਨੇ ਕਿੰਨੀ ਕੁ ਔਖੀ ਗੱਲ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੀਸੇ ਦਾਦੇ ਕਾਨ ਦਿਓ। ਪਰ ਜੇ ਤੇਰੇ ਬਾਹਰੀ ਸ਼ਿੰਗਾਰ ਦਾ ਅੰਦਰੂਨੀ ਕੋਈ ਪ੍ਰਭਾਵ ਨਹੀਂ ਬਣ ਰਿਹਾ, ਤੇਰਾ ਅੰਤਰ ਆਤਮ ਨਹੀਂ ਸੱਜਿਆ ਹੋਇਆ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰਾ ਜਿਹੜਾ ਬਾਹਰੀ ਲਿਬਾਸ ਹੈ ਉਹ ਵੀ ਸੜੇ ਹੋਏ ਕਾਨਿਆਂ ਵਰਗਾ ਹੈ। ਭਾਵ ਕਿ ਦੇਖਣ ਨੂੰ ਤਾਂ ਬੜੇ ਸੋਹਣੇ ਲੱਗਦੇ ਨੇ ਪਰ ਇਹਨਾਂ ਦੇ ਅੰਦਰ ਕੋਈ ਉਚੇਰਾ ਭਾਵ ਨਹੀਂ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਕੰਚਨ ਕੇ ਕੁੰਡਲ ਬਨੇ। ਇਸ ਕਰਕੇ ਆਪਣੇ ਆਤਮ ਨੂੰ ਸ਼ਿੰਗਾਰਨ ਦਾ, ਆਪਣੇ ਆਤਮ ਨੂੰ ਸਵਾਰਨ ਦਾ ਯਤਨ ਕਰੋ। ਦੁਨਿਆਵੀ ਤੌਰ 'ਤੇ ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਦੁਨਿਆਵੀ ਜਿਹੜਾ, ਕਿਉਂਕਿ ਸਰੀਰ ਦਾ ਬਲ ਬਿਨ ਸਜਾਣਾ ਹੈ, ਜਿਹੜੇ ਕੰਨਾਂ ਵਿੱਚ ਜਿਹੜੇ ਵਸਤ ਅਸੀਂ ਗਹਿਣੇ ਆਦਿਕ ਧਾਰਨ ਕਰਦੇ ਹਾਂ, ਸਮਾਂ ਪਾ ਕੇ ਚਮੜੀ ਦਾ ਜਿਹੜੀ ਛੋਹ ਹੈ ਬੜੀ ਢਿੱਲੀ ਹੋ ਜਾਂਦੀ ਹੈ ਅਤੇ ਪਾਏ ਹੋਏ ਵੀ ਨਹੀਂ ਚੰਗੇ ਲੱਗਦੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਹਿਣਾ ਕਿਹਨੂੰ ਪਹਿਨਾਰੇ, ਉਹ ਜਿਹੜਾ ਬਲ ਮੁੱਕਣ ਵਾਲਾ ਹੈ, ਜਿਹੜੇ ਕੰਨ ਨੇ ਹੋਰ 20 ਸਾਲਾਂ ਨੂੰ ਜਾ ਕੇ ਕਰੂਪ ਹੋ ਜਾਣਾ, ਭਾਵ ਕਿ ਉਹਦੇ ਮਾਸ ਨੇ ਲਮਕ ਜਾਣਾ ਹੈ, ਉਹਦੇ ਵਿੱਚ ਗਹਿਣੇ ਧਾਰਨ ਕਰਨ ਦਾ ਕੀ ਭਾਵ ਹੈ। ਚੀਜ਼ ਉਸ ਪੱਧਰ 'ਤੇ ਧਾਰਨ ਕਰੋ ਜਿਸ ਦੇ ਨਾਲ ਜੀਵਨ ਦੀ ਉਪਮਾ ਬਣ ਜਾਣੀ ਹੈ। ਭਾਵ ਕਿ ਕਹਿੰਦੇ ਕੰਚਨ ਕੇ ਕੁੰਡਲ, ਭਾਵ ਕਿ ਸੋਨਾ ਜਦੋਂ ਜਿਵੇਂ 24 ਕੈਰਟ ਦਾ ਬੜਾ ਸ਼ੁੱਧ ਮੰਨਿਆ ਜਾਂਦਾ ਹੈ, ਕਹਿੰਦੇ ਆਪਣੇ ਮਨ ਨੂੰ ਭਗਤੀ ਕਰਮ ਦੇ ਸਹਿਤ ਬੰਦਗੀ ਦੇ ਨਾਲ ਸ਼ੁੱਧ ਕਰੋ। ਭਾਵ ਕਿ ਸ਼ੁਭ ਕਰਮਾਂ ਦਾ ਆਹਾਰ ਬਣਾ ਕੇ ਰੱਖੋ। ਕੰਚਨ ਕੇ ਕੁੰਡਲ ਬਣੇ, ਜਿਵੇਂ 12 ਬੰਨੀ ਦਾ ਸੋਨਾ ਸ਼ੁੱਧ ਮੰਨਿਆ ਜਾਂਦਾ ਹੈ, ਇਵੇਂ ਆਪਣੇ ਮਨ ਨੂੰ ਅਧਿਆਤਮਿਕ ਕਰਮਾਂ ਦੇ ਵਿੱਚ ਤਪਾ ਕੇ ਉਹਨਾਂ ਦੀ ਮੈਲ ਦੂਰ ਕਰਕੇ ਉਹਨਾਂ ਨੂੰ ਕੰਚਨ ਵਾਂਗ ਬਣਾਓ। ਅਤੇ ਕੁੰਡਲ ਦਾ ਭਾਵ ਆਪਣੇ ਮਨ ਉੱਪਰ ਧਾਰਨ ਕਰੋ।
ਤੇ ਉਪਰ ਲਾਲ ਜਿਹੜਾ ਉਹਦਾ ਮਤਲਬ ਉਹਦੇ ਉੱਪਰ ਭਗਤੀ ਦਾ ਮਾਣਕ ਲਗਾਓ, ਭਗਤੀ ਦਾ ਲਾਲ ਲਗਾਓ, ਤਾਂ ਕਿ ਤੁਹਾਡੀ ਆਤਮਾ ਦੇ ਕੀਤਾ ਹੋਇਆ ਧਾਰਨ ਇਹ ਜਿਹੜਾ ਗਹਿਣਾ ਹੈ ਉਹ ਜ਼ਿਆਦਾ ਵਧੀਆ ਸ਼ੋਭਾ ਬਣਾਵੇ। ਤੇ ਜਿਹੜੇ ਇਹ ਗਹਿਣਾ ਧਾਰਨ ਕਰਦੇ ਹਨ ਉਹਨਾਂ ਦਾ ਨਾਮ ਲੈਣ ਵਾਲਾ ਹੀ ਦੂਜਾ ਆਭੂਸ਼ਿਤ ਹੋ ਜਾਂਦਾ ਹੈ। ਜਿਵੇਂ ਅਸੀਂ ਭਗਤ ਸਾਹਿਬਾਨਾਂ ਦਾ ਨਾਮ ਲੈਂਦੇ ਹਾਂ, ਨਾਮ ਲੈਣ ਦੇ ਨਾਲ ਆਪਣੇ ਆਪ ਨੂੰ ਹੀ ਪਵਿੱਤਰ ਮਹਿਸੂਸ ਕਰਦੇ ਹਾਂ। ਕਹਿੰਦੇ ਇਸੇ ਪ੍ਰਕਾਰ ਰੱਬੀ ਜਾਤ ਦਾ ਉਹ ਗਹਿਣਾ ਧਾਰਨ ਕੀਤਾ ਜਾਵੇ ਜਿਹੜਾ ਸਾਡੇ ਆਤਮ ਨੂੰ ਸ਼ਿੰਗਾਰ ਦਿੰਦਾ ਹੈ। ਔਰ ਇਹਦੇ ਵਿੱਚ ਇੱਕ ਇਹ ਵੀ ਪੱਖ ਹੈ ਕਿ ਸਾਡੀ ਜਿਹੜੀ ਦੁਨਿਆਵੀ ਸ਼ਿੰਗਾਰ ਦੀ ਫਿਤਰਤ ਹੈ, ਸਾਨੂੰ ਉਹਦੀ ਨਿਰਰਥਕਤਾ ਵੀ ਸਮਝ ਆਉਣੀ ਚਾਹੀਦੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖ ਦੇ ਬੜਾ ਸੁੰਦਰ ਲਿਬਾਸ ਹੋਵੇ, ਬੜੀਆਂ ਕੀਮਤੀ ਚੀਜ਼ਾਂ ਉਹਨੇ ਆਪਣੇ ਸਾਰੇ ਪੱਖਾਂ ਤੋਂ ਗ੍ਰਹਿਣ ਕੀਤੀਆਂ ਹੋਣ, ਪਰ ਜੇ ਉਹਦੇ ਜੀਵਨ ਦੇ ਵਿੱਚ ਧਰਮ ਦੇ ਲੱਖਣਾਂ ਦਾ ਕੋਈ ਸ਼ਿੰਗਾਰ ਉਤਰਿਆ ਹੀ ਨਹੀਂ ਹੈ ਤਾਂ ਉਹਦੇ ਬਾਹਰੀ ਸ਼ਿੰਗਾਰ ਦਾ ਵੀ ਕੀ ਅਰਥ ਰਹਿ ਜਾਏਗਾ। ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਬੜੇ ਸੱਜੇ ਸੰਵਰੇ ਵਿਅਕਤੀ ਨੂੰ ਮਿਲ ਜਾਵੇ, ਉਹਦੀ ਰਸਨਾ ਦੇ ਵਿੱਚ ਮਿਠਾਸ ਨਾ ਹੋਵੇ, ਉਹਦੇ ਪਾਸ ਕੋਈ ਬੁੱਧੀ ਦਾ ਚੰਗਾ ਤਾਣ ਨਾ ਹੋਵੇ, ਤਾਂ ਫਿਰ ਕਹਿ ਦਿੰਦੇ ਨੇ ਕਿ ਤੇਰੇ ਇਹਨਾਂ ਵਸਤਰਾਂ ਦੇ ਧਾਰਨ ਕਰਨ ਦਾ ਅਰਥ ਵੀ ਕੀ ਹੈ, ਪੱਲੇ ਤਾਂ ਤੇਰੇ ਕੁਝ ਹੈ ਨਹੀਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਬਾਹਰੀ ਸ਼ਿੰਗਾਰ ਅਗਰ ਪ੍ਰਭੂ ਦੀ ਯਾਦ ਸਹਿਤ ਨਹੀਂ ਧਾਰਨ ਕੀਤੇ ਜਾ ਰਹੇ, ਇਹਦੇ ਵਿੱਚ ਇਹ ਵੀ ਇੱਕ ਪੱਖ ਹੈ। ਇਸ ਕਰਕੇ ਜਦੋਂ ਭਗਤ ਕਬੀਰ ਸਾਹਿਬ ਜੀ ਕਹ ਰਾਮ ਨਾਮ ਰਸ ਪੀਓ, ਤਾਂ ਉਹਦਾ ਭਾਵ ਇਹ ਹੈ ਕਿ ਬੰਦਾ ਬਾਹਰੀ ਸ਼ਿੰਗਾਰ ਕੇਵਲ ਇਸ ਕਰਕੇ ਨਹੀਂ ਧਾਰਨ ਕਰਦਾ ਕਿ ਉਹ ਸੋਹਣਾ ਲੱਗੇ, ਉਹ ਕਈ ਵਾਰੀ ਇਸ ਕਰਕੇ ਵੀ ਧਾਰਨ ਕਰਦਾ ਹੈ ਕਿ ਉਹਦੇ ਅੰਦਰ ਉਹਦਾ ਮਹੀਨ ਰਸ ਸ਼ਾਮਲ ਹੋ ਗਿਆ ਹੁੰਦਾ ਹੈ। ਗੁਰਬਾਣੀ 'ਚ ਵਾਕ ਆਉਂਦੇ ਨੇ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਕਿ ਇਹ ਇਕੱਲਾ ਇਸ ਕਰਕੇ ਥੋੜ੍ਹਾ ਜਿਹਾ ਹੋ ਰਿਹਾ ਕਿ ਮੈਂ ਸੋਹਣਾ ਲੱਗਾ, ਇਹਦੇ ਅੰਦਰ ਮਹੀਨ ਰਸ ਪੈ ਗਿਆ ਧਾਤਾਂ ਦੀ ਉੱਤਮ ਹੋਣ ਦਾ, ਕਿ ਉੱਤਮ ਧਾਤ ਗ੍ਰਹਿਣ ਕਰਾਂਗਾ ਤਾਂ ਉੱਤਮ ਲੱਗਾਂਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੀਸੇ ਦਾਦੇ ਕਾਨ ਦਿਓ, ਇਹੋ ਜਿਹੇ ਜਿਹੜੇ ਨਜ਼ਰ ਆਉਂਦੇ ਹਨ, ਉੱਪਰੋਂ ਕਾਨੇ ਵਰਗੇ ਚਮਕਦਾਰ ਅਜ ਨਜ਼ਰ ਆਉਂਦੇ ਹਨ, ਪਰ ਜਦੋਂ ਕਾਨੇ ਸਾੜੇ ਹੁਣ ਵਿੱਚੋਂ ਖੋਲ੍ਹੀਏ ਤਾਂ ਸਵਾਹ ਨਿਕਲਦੀ। ਇਸ ਕਰਕੇ ਜਿਹੜੇ ਹਿਰਦੇ ਵਿੱਚ ਰੱਬੀ ਯਾਦ ਨਹੀਂ ਬਣੀ ਹੋਈ, ਤਾਂ ਉਸ ਹਿਰਦੇ ਦੇ ਵਿੱਚ ਸ਼ੁਭ ਗੁਣ ਨਹੀਂ ਸਮਾਏ ਹੋਏ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਸੜੇ ਹੋਏ ਕਾਨਿਆਂ ਵਰਗੇ ਲੱਗਦੇ ਹਨ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਗੁਰੂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਐਸਾ ਏਕ ਆਦ, ਇੱਕ ਆਦ ਇਸ ਦੁਨੀਆ ਦੇ ਵਿੱਚ ਜਿਹੜਾ ਜਿਉਂਦਿਆਂ ਮੁਰਦਿਆਂ ਸਮਾਨ ਰਹਿੰਦਾ ਹੈ। ਅਤੇ ਉਹਦੇ ਜੀਵਨ ਦੀ ਸਾਧਨਾ ਕੀ ਹੁੰਦੀ ਹੈ? ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ। ਸਭ ਤੋਂ ਪਹਿਲਾਂ ਉਹ ਬੰਦਗੀ ਦੇ ਕਰਮ 'ਤੇ ਸਭ ਤੋਂ ਪਹਿਲਾਂ ਨਿਰਭੈ ਸਰੂਪ ਨੂੰ ਯਾਦ ਕਰਨ ਕਰਕੇ ਸਭ ਪ੍ਰਕਾਰ ਦੇ ਵਿਕਾਰਾਂ ਦੇ ਅਸਮੰਜਸ ਤੋਂ, ਜਿਹੜੇ ਹੋਰ ਮਾਇਆ ਦੇ ਹੱਲੇ ਹਨ, ਉਹਨਾਂ ਤੋਂ ਬਿਲਕੁਲ ਨਿਰਲੇਪ ਹੋ ਕੇ ਨਿਰਭਉ ਹੋ ਜਾਂਦਾ ਹੈ। ਗੁਣ ਰਵੈ, ਅਤੇ ਫਿਰ ਨਿਰਭਉ ਸਰੂਪ ਮਾਲਕ ਦੇ ਜਿੰਨੇ ਗੁਣ ਹਨ ਉਹਨਾਂ ਨੂੰ ਰੱਬ ਦਾ ਭਾਵ ਕਿ ਉਹਨਾਂ ਦੇ ਨਾਲ ਆਪਣਾ ਆਪ ਜੋੜ ਕੇ ਆਪਣੀ ਉਚਾਈ ਨੂੰ ਗ੍ਰਹਿਣ ਕਰਦਾ। ਜਤ ਪੇਖੋ ਤਤ ਸੋਏ, ਜਿਹੜਾ ਨਿਰਭਉ ਸਰੂਪ ਜਿੱਧਰ ਦੇਖੀਏ ਉੱਧਰ ਹੀ ਤਤ ਰੂਪ ਕਰਕੇ ਸਮਾਇਆ ਹੈ, ਪ੍ਰਕਾਸ਼ਮਾਨ ਹੈ। ਇਸ ਵਾਕ ਦਾ ਭਾਵ ਵਿਚਾਰਨ ਦਾ ਯਤਨ ਕਰੀਏ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਐਸਾ ਏਕ ਆਦ। ਇਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਮਨੁੱਖ ਅਧਿਆਤਮਿਕ ਸਾਧਨਾ ਦੇ ਮਾਰਗ 'ਤੇ ਆਪਣੇ ਕਦਮ ਰੱਖਦਾ ਹੈ ਤਾਂ ਜਿਉਂਦਿਆਂ ਜੀ ਮਰਨ ਦਾ ਜਿਹੜਾ ਹੁਨਰ ਹੈ ਕਿਸੇ ਇੱਕ ਅੱਧ ਨੂੰ ਆਉਂਦਾ ਹੈ। ਇੱਕ ਅੱਧੇ ਨੂੰ ਇਹ ਹੁਨਰ ਜੀਵਨ ਦੇ ਵਿੱਚ ਸਤ ਸੰਗਤ ਵਿੱਚੋਂ ਮਿਲਦਾ ਹੈ ਕਿ ਜਿਉਂਦਿਆਂ ਮੋਇਆਂ ਸਮਾਨ ਕਿਵੇਂ ਰਹਿਣਾ। ਗੁਰਬਾਣੀ 'ਚ ਅਸੀਂ ਵਾਕ ਪੜ੍ਹਦੇ ਹਾਂ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਾਂ ਵਾਕ ਪੜ੍ਹਦੇ ਹਾਂ, ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ। ਹੁਣ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਜੀਵਤ ਮਿਰਤਕ ਹੋਏ। ਹੁਣ ਜੀਵਤ ਦਾ ਭਾਵ ਅਸੀਂ ਮੰਨਿਆ ਹੋਇਆ ਹੈ ਪ੍ਰਾਣ। ਅਸੀਂ ਜੀਵਤ ਦਾ ਆਧਾਰ ਪ੍ਰਾਣ ਮੰਨਿਆ ਹੋਇਆ ਕਿ ਪ੍ਰਾਣ ਚੱਲ ਰਹੇ ਨੇ ਤਾਂ ਜਿਉ ਰਹੇ ਹਾਂ, ਅਤੇ ਮਰਨ ਦਾ ਭਾਵ ਅਸੀਂ ਮੰਨਿਆ ਹੋਇਆ ਪ੍ਰਾਣ ਰੁਕ ਗਏ ਨੇ ਤਾਂ ਜੀਵ ਮਰਦਾ। ਪਰ ਜੇ ਇਹਨੂੰ ਅਧਿਆਤਮਿਕ ਅਰਥਾਂ ਦੇ ਵਿੱਚ ਵਾਚੀਏ ਤਾਂ ਇਹਦਾ ਅਰਥ ਬਣਦਾ ਕਿ ਜੀਵਤ। ਹੁਣ ਸਾਡੇ ਜੀਵਨ ਦਾ ਆਧਾਰ ਕੀ ਹੈ? ਸਭ ਤੋਂ ਪਹਿਲਾਂ ਅਸੀਂ ਆਪਣੇ ਜੀਵਨ ਦਾ ਆਧਾਰ ਮੰਨਿਆ ਹੋਇਆ ਪ੍ਰਾਣ। ਉਸ ਤੋਂ ਬਾਅਦ ਜੀਵਨ ਦਾ ਆਧਾਰ ਮੰਨਿਆ ਹੋਇਆ ਹੈ ਸਮਾਜ, ਪਦਾਰਥ, ਪਰਿਵਾਰ। ਉਸ ਤੋਂ ਬਾਅਦ ਜਿਉਣ ਦਾ ਆਧਾਰ ਮੰਨਿਆ ਹੋਇਆ ਮੇਰੀ ਹੋਂਦ, ਕਿ ਮੈਂ ਹਾਂ, ਮੇਰੇ ਦੁਆਰਾ ਕੀਤਾ ਗਿਆ ਹੈ। ਫਿਰ ਅੱਗੇ ਜਾ ਕੇ ਅਸੀਂ ਆਧਾਰ ਮੰਨਿਆ ਹੋਇਆ ਪਦਾਰਥਾਂ ਦੀ ਪਕੜ, ਇਹ ਮੇਰੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਕਰਕੇ ਜੀਵਤ ਰਹਿ। ਜਿਵੇਂ ਅੱਜ ਸਾਨੂੰ ਕੋਈ ਕਹਿ ਦੇਵੇ ਕਿ ਤੁਹਾਨੂੰ ਪਰਿਵਾਰ ਤੁਹਾਡੇ ਕੋਲ ਛਡਵਾ ਲਈਏ,
ਤੁਹਾਡਾ ਜਾਤ ਰੁਤਬਾ ਅਹੁਦਾ ਜਿੰਨਾ ਤੁਹਾਡਾ ਪਦਾਰਥ ਹੈ, ਇੱਥੋਂ ਤੱਕ ਕਿ ਤੁਹਾਡੇ ਪ੍ਰਾਣ ਵੀ ਲੈ ਲਈਏ, ਫਿਰ ਤੁਹਾਡਾ ਜੀਵਨ ਬਣ ਸਕੇਗਾ। ਅਸੀਂ ਕਹਾਂਗੇ ਜੇ ਪਰਿਵਾਰ ਨਾ ਰਿਹਾ ਤਾਂ ਜੀਵਨ ਕਾਹਦਾ, ਜੇ ਪਦਾਰਥ ਨਾ ਰਹੇ ਤਾਂ ਜੀਵਨ ਕਾਹਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਏਕ ਆਦ, ਇੱਕੋ ਅੱਧ ਹੈ ਜਿਹੜਾ ਜੀਵਨ ਦੇ ਜਿਹੜੇ ਕਾਲ ਵਾਲੇ ਆਧਾਰ ਨੇ ਉਹਨਾਂ ਸਾਰਿਆਂ ਨੂੰ ਛੱਡ ਦਿੰਦਾ ਹੈ। ਉਹ ਜੀਵਨ ਦੇ ਆਧਾਰ ਇਹ ਨਹੀਂ ਬਣਦਾ। ਹੁਣ ਇੱਕ ਪ੍ਰਕਾਰ ਜਿਵੇਂ ਜਿਹੜਾ ਜੀਵਤ ਮ੍ਰਿਤਕ ਹੋਏ ਉਹ ਆਪਣੀ ਸਾਧਨਾ ਕਰਕੇ ਇਸ ਮੁਕਾਮਾਤ ਤੱਕ ਪਹੁੰਚ ਜਾਂਦਾ ਹੈ, ਉਹਦਾ ਐਸਾ ਭਾਵ ਹੋ ਜਾਂਦਾ, ਉਹਨੂੰ ਪ੍ਰਾਣਾਂ ਦੀ ਵੀ ਬੜੀ ਘੱਟ ਲੋੜ ਰਹਿ ਜਾਂਦੀ ਹੈ। ਉਹਦੇ ਪ੍ਰਾਣ ਕੀ ਬਣ ਜਾਂਦੇ ਹਨ? ਪ੍ਰਭੂ ਦੀ ਯਾਦ ਹਰ ਵੇਲੇ ਉਹਦੇ ਵਿੱਚ। ਇਸੇ ਕਰਕੇ ਆਉਂਦਾ ਨਾ ਗੁਰਬਾਣੀ 'ਚ ਵਾਕ ਆਉਂਦਾ, ਅੱਖਾਂ ਜੀਵਾਂ ਵਿਸਰੈ ਮਰ ਜਾਓ। ਸਾਨੂੰ ਲੱਗਦਾ ਸਾਹ ਲਿਆਉਣ ਨਾਲ ਜਿਉਂਦੇ ਰਹਾਂਗੇ, ਪਰ ਜਿਹੜਾ ਜਿਉਂਦਿਆਂ ਮ੍ਰਿਤਕ ਹੋ ਗਿਆ ਉਹਨੂੰ ਲੱਗਦਾ ਕਿ ਅਗਰ ਪ੍ਰਭੂ ਦੀ ਯਾਦ ਵਿਸਰ ਗਈ ਤੇ ਤਾਂ ਮੌਤ ਵਾਪਰੇਗੀ, ਤਾਂ ਮ੍ਰਿਤਕਪੁਣਾ ਵਾਪਰੇਗਾ। ਇਸੇ ਪ੍ਰਕਾਰ ਸਾਨੂੰ ਲੱਗਦਾ ਪਦਾਰਥ ਘੁਸ ਗਿਆ ਤਾਂ ਜੀਵਨ ਨਸ਼ਟ ਹੋ ਜਾਏਗਾ, ਅਤੇ ਜਿਹੜਾ ਜੀਵਤ ਮ੍ਰਿਤਕ ਹੁੰਦਾ ਹੈ ਉਹ ਜਿਉਂਦੇ ਜੀਵ ਪਦਾਰਥ ਦੀ ਪਕੜ ਛੱਡ ਦਿੰਦਾ ਅਤੇ ਇੰਨੀ ਜ਼ਿਆਦਾ ਛਕੜ ਦਿੰਦਾ ਹੈ। ਮਨਸੂਰ ਨੂੰ ਇੱਕ ਪ੍ਰਸ਼ਨ ਪੁੱਛਿਆ ਸੀ ਉਹਦੇ ਜਦੋਂ ਉਹਨੂੰ ਸੂਲੀ ਚਾੜਨ ਲੱਗੇ ਸੀ, ਉਹ ਕਹਿਣ ਲੱਗਾ ਤਿਆਗ ਦੀ ਹੱਦ ਕਿੱਥੇ ਹੈ? ਕਹਿੰਦਾ ਤਿਆਗ ਦੀ ਹੱਦ, ਕਹਿੰਦਾ ਅੱਖਾਂ ਮੀਟ। ਉਹਨੇ ਅੱਖਾਂ ਮੀਟੀਆਂ, ਦੇਖਿਆ ਕਿ ਮਨਸੂਰ ਉਹਦੇ ਸਾਹਮਣੇ ਜਿਹੜਾ ਹੈ ਮ੍ਰਿਤਕ ਰੂਪ ਦੇ ਵਿੱਚ ਪਿਆ ਹੈ। ਅਤੇ ਜਦੋਂ ਉਹਨੇ ਫਿਰ ਦੁਬਾਰਾ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਮਨਸੂਰ ਉਹਦੇ ਸਾਹਮਣੇ ਜਿਉਂਦਾ ਹੈ। ਉਹਨੇ ਕਿਹਾ ਕਿ ਤਿਆਗ ਮਤਲਬ ਜਦੋਂ ਫਕੀਰ ਤਿਆਗ ਕਰਦਿਆਂ ਕਰਦਿਆਂ ਆਪਣੇ ਸਰੀਰ ਦਾ ਵੀ ਤਿਆਗ ਕਰ ਜੇ, ਉਹਨੂੰ ਸਰੀਰ ਦੀ ਵੀ ਨਾ ਲੋੜ ਰਹੇ, ਇਹ ਉਹਦੇ ਤਿਆਗ ਦੀ ਹੱਦ ਹੋ ਜਾਂਦੀ ਹੈ। ਅਤੇ ਇਸੇ ਪ੍ਰਕਾਰ ਜੀਵਤ ਮ੍ਰਿਤਕ ਇਨਸਾਨ ਨਾ ਆਪਣੇ ਸਰੀਰ ਦੇ ਆਧਾਰ ਕਰਕੇ, ਨਾ ਆਪਣੇ ਪ੍ਰਾਣਾਂ ਦੇ ਆਧਾਰ ਕਰਕੇ, ਇੱਥੋਂ ਤੱਕ ਕਿ ਭੋਜਨ ਦੇ ਆਧਾਰ ਕਰਕੇ ਵੀ ਨਹੀਂ ਜਿਉਂਦਾ। ਗੁਰਬਾਣੀ 'ਚ ਵਾਕ ਕਹਿੰਦੇ ਨਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਉਹ ਰਸ ਕਰਕੇ ਵੀ ਨਹੀਂ ਜਿਉਂਦਾ, ਉਹਦਾ ਰਸ ਪ੍ਰਭੂ ਦੀ ਯਾਦ ਹਰ ਵੇਲੇ ਬਣੀ ਰਹਿੰਦੀ। ਇਸ ਕਰਕੇ ਉਹ ਸਾਰੇ ਆਧਾਰ ਜਿਹੜੇ ਅਸੀਂ ਸੰਸਾਰ ਕਰਕੇ ਸਿਰਜਦੇ ਹਾਂ, ਇਹਨਾਂ ਸਾਰਿਆਂ ਨੂੰ ਛੱਡ ਦਿੰਦਾ ਹੈ। ਉਹ ਫਿਰ ਸੰਬੰਧੀ ਆਪਣੇ ਮਾਤਾ ਪਿਤਾ ਭੈਣ ਭਰਾ ਨਹੀਂ, ਉਹ ਗੁਣ ਰੂਪ ਸੰਬੰਧੀ ਬਣਾਉਂਦਾ। ਗੁਣ ਰੂਪ ਸੰਬੰਧੀ ਦਾ ਮਤਲਬ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਹਨ ਕਿ ਸਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ, ਭਾਗਤੋ ਭੰਡਾਰੀ ਪਾਓ ਭੋਜਨ ਸਕਾਜ ਹੈ। ਅਰਥ ਵਿਚਾਰ ਪਰਮਾਰਥ ਕੈ ਰਾਜਨੀਤ, ਛਤਰ ਪੱਤਰ ਛਿਮਾ ਛਤਰ ਛਾਇਆ ਸ਼ਬ ਸਾਜ ਹੈ। ਆਨੰਦ ਸਮੂਹ ਸੁਖ ਸਾਂਦ ਪ੍ਰਜਾ ਪ੍ਰਸੰਨ, ਜਗ ਮਗ ਜੋਤ ਅਨਹਦ ਤੁਨ ਬਾਜ ਹੈ। ਕਹਿੰਦੇ ਉਹਨਾਂ ਦੀ ਫਿਰ ਜਿਹੜੀ ਪਤਨੀ ਹੈ ਉਹ ਦਇਆ ਬਣ ਜਾਂਦੀ ਹੈ, ਜਿਹੜੇ ਸੱਤ ਸੰਤੋਖ ਨੇ ਉਹਨਾਂ ਦੇ ਪੁੱਤਰ ਬਣ ਜਾਂਦੇ ਹਨ, ਜਿਹੜਾ ਉਹਨਾਂ ਦਾ ਕਵਚ ਹੈ ਸੰਜੋਹ ਹੈ ਉਹ ਨਿਮਰਤਾ ਬਣ ਜਾਂਦੀ ਹੈ। ਤਾਂ ਇਸੇ ਪ੍ਰਕਾਰ ਕਹਿੰਦੇ ਉਹ ਫਿਰ ਜਿਹੜਾ ਜੀਵਤ ਮ੍ਰਿਤਕ ਇਨਸਾਨ ਹੈ ਉਹਦੇ ਸੰਬੰਧੀ ਫਿਰ ਜਿਹੜੀ ਮਾਤਾ ਮਤ ਰੂਪ ਹੋ ਜਾਂਦੀ ਹੈ, ਸੰਤੋਖ ਪਿਤਾ ਰੂਪ ਹੋ ਜਾਂਦਾ। ਉਹ ਆਪਣੇ ਸੰਬੰਧੀਆਂ ਦਾ ਨਿਰਮਾਣ ਇਉਂ ਕਰਦੇ ਨੇ। ਅਤੇ ਸਾਡੇ ਸੰਸਾਰੀਆਂ ਦਾ ਜੀਵਨ ਮਨੋਰਥ ਹੈ ਕਿ ਸਾਡਾ ਆਪਣਾ ਜੀਵਨ ਖੁਸ਼ ਰਹੇ, ਸਾਡਾ ਪਰਿਵਾਰ ਖੁਸ਼ ਰਹੇ। ਅਤੇ ਜਿਹੜਾ ਭਗਤ ਦਾ ਜਿਹੜਾ ਜਿਉਂਦਿਆਂ ਮ੍ਰਿਤਕ ਹੈ ਉਹਦਾ ਜੀਵਨ ਕੀ ਹੈ ਕਿ ਆਨੰਦ ਸਮੂਹ ਸੁਖ ਸਾਂਦ ਪ੍ਰਜਾ ਪ੍ਰਸੰਨ, ਕੇ ਮਾਲਕ ਦੀ ਜਿੰਨੀ ਖਲਕਤ ਹੈ ਇਹ ਸਾਰੀ ਆਨੰਦ ਦੇ ਸਹਿਤ ਸੱਚ ਦੇ ਨਾਲ ਜੁੜ ਕੇ ਵਾਸ ਕਰੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਕੋਈ ਐਸਾ ਇੱਕੋ ਅੱਧ ਹੈ ਜਿਹੜਾ ਜਿਉਂਦਿਆਂ ਮੋਇਆ ਸਮਾਨ ਰਹਿੰਦਾ, ਭਾਵ ਕਿ ਉਹਦੀ ਆਪਣੀ ਕੋਈ ਹਰਕਤ ਨਹੀਂ। ਇਸ ਗੱਲ ਦਾ ਇੱਕ ਉਚੇਰਾ ਭਾਵ ਇਹ ਵੀ ਹੈ, ਜਦੋਂ ਪਰਮੇਸ਼ਰ ਦੀ ਬੰਦਗੀ ਕਰਦਿਆਂ ਸਾਧਕ ਅਕਾਲ ਪੁਰਖ ਦੇ ਪਰਮ ਸਰੂਪ ਵਿੱਚ ਅਭੇਦ ਹੋ ਜਾਂਦਾ। ਸਰੂਪ ਸ਼ਬਦ ਵਰਤ ਰਿਹਾ, ਇਹਨਾਂ ਸ਼ਬਦਾਂ ਦੀ ਥੋੜ੍ਹੀ ਆਪ ਜੀ ਬਾਰੀਕ ਵਾਲੀ ਸਮਝ ਹੌਲੀ ਹੌਲੀ ਬਣਾਉਂਦੇ ਜਾਓ। ਰੂਪ ਦਾ ਭਾਵ ਹੈ ਸਰੀਰ, ਸਰੂਪ ਦਾ ਭਾਵ ਹੈ ਕਿ ਜਿਹੜਾ ਨਕਸ਼ ਸਾਡਾ ਕਿਸੇ ਦੇ ਅੰਦਰ ਵਸਿਆ ਹੁੰਦਾ, ਜਿਹੜਾ ਕਿਸੇ ਆਕਾਰ ਦੇ ਮੁਤਾਹਤ ਨਹੀਂ ਹੁੰਦਾ, ਜਿਹੜਾ ਪ੍ਰਭੂ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ, ਫਿਰ ਉਹ ਜੀਵਨ ਦੇ ਵਿੱਚ ਆਪਣੀ ਹਸਤੀ ਨੂੰ ਜਣਾਉਂਦਾ ਹੀ ਨਹੀਂ ਹੈ। ਜਿਵੇਂ ਅਕਾਲ ਪੁਰਖ ਸਾਨੂੰ ਕਿੰਨੀਆਂ ਦਾਤਾਂ ਦੇ ਰਹੇ, ਕਿੰਨਾ ਸਾਨੂੰ ਕੁਦਰਤੀ ਰੂਪ ਵਿੱਚ ਕਿਤਨੀਆਂ ਬਖਸ਼ਿਸ਼ਾਂ ਭਰੀਆਂ ਰਹਿਮਤਾਂ ਮਿਲ ਰਹੀਆਂ ਨੇ, ਪਰ ਕਦੀ ਸਾਨੂੰ ਜਣਾਇਆ ਨਹੀਂ ਗਿਆ। ਇਹਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋ ਤਾਵੇ। ਜਾਂ ਰੋਜ਼ਾਨਾ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਏ। ਦਾਤਾਰ ਹੈ ਪਰ ਕਦੀ ਯਾਦ ਨਹੀਂ ਕਰਾਇਆ, ਕਦੀ ਇਸੇ ਪ੍ਰਕਾਰ ਪ੍ਰਤਪਾਲਕ ਹੈ, ਕਦੀ ਅਹਿਸਾਨ ਨਹੀਂ ਕੀਤਾ। ਗਰੀਬ ਨਵਾਜ਼ ਹੈ, ਕਦੀ ਅਹਿਸਾਨ ਨਹੀਂ ਕੀਤਾ। ਤਾਂ ਇਸੇ ਪ੍ਰਕਾਰ ਜਿਹੜਾ ਪ੍ਰਭੂ ਸਰੂਪ ਵਿੱਚ ਭੇਦ ਹੋ ਜਾਂਦਾ ਹੈ, ਉਹ ਆਪਣੀ ਹਉਮੈ ਦੀ, ਆਪਣੇ ਮਨੁੱਖ ਹੋਣ ਦੀ, ਹਸਤੀ ਦੀ ਸਾਰੀ ਹਉ ਛੱਡ ਪੈਂਦਾ, ਉਹਦੇ ਵਿੱਚੋਂ ਕਰਦਾ ਹੀ ਨਹੀਂ ਯਤਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਤ ਮ੍ਰਿਤਕ ਹੋਏ, ਅਤੇ ਉਹ ਜਿਉਂਦਿਆਂ ਮੋਏ ਸਮਾ ਰਹਿੰਦੇ ਹਨ। ਮੋਏ ਸਮਾਨ ਦਾ ਭਾਵ ਸਰੀਰ ਦਾ ਮਰ ਜਾਣਾ ਨਹੀਂ,
ਹਉਂ ਦਾ ਮਰ ਜਾਣਾ ਹੈ। ਉਹ ਹਉਂ ਜਿਹੜੀ ਬਾਰ-ਬਾਰ ਕਹਿੰਦੀ ਹੈ ਪਦਾਰਥ ਮੇਰਾ, ਮੈਂ ਚੰਗਾ, ਮੈਂ ਉੱਤਮ ਹਾਂ, ਮੈਂ ਪਣੇ ਦੇ ਭਾਵ ਨੂੰ ਜਿਹੜਾ ਪੂਰੀ ਤਰ੍ਹਾਂ ਛੱਡ ਦਿੰਦਾ, ਮੁਕਤ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਜਿਉਂਦਿਆਂ ਮੋਇਆਂ ਸਮਾ ਰਹਿੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਰਭੈ ਹੋਏ ਕੈ ਗੁਣ ਰਵੈ। ਇਹਦਾ ਭਾਵ ਅਗਲਾ ਕੀ ਹੈ ਕਿ ਉਹ ਨਿਰਭਉ ਹੋ ਜਾਂਦਾ ਹੈ, ਉਹ ਕਿਸੇ ਪ੍ਰਕਾਰ ਨਾਲ ਵਿਕਾਰਾਂ ਦਾ ਪ੍ਰਭਾਵ ਮੰਨਦਾ ਹੈ ਅਤੇ ਹਉਮੈ ਤੋਂ ਰਹਿਤ ਹੋਣ ਕਰਕੇ ਉਹ ਨਿਰਭਉ ਹੁੰਦਾ ਹੈ। ਗੁਣ ਰਵੈ, ਅਤੇ ਉਹ ਫਿਰ ਜਦੋਂ ਜੀਵਤ ਮ੍ਰਿਤਕ ਹੋਣ ਦੇ ਲਈ ਪ੍ਰਭੂ ਦੇ ਗੁਣ ਰਮਣੇ ਪੈਂਦੇ ਨੇ। ਪ੍ਰਭੂ ਹੁਣ ਕਿਸੇ ਦਿਨ ਕੁਝ ਨੁਕਤਾ ਨਿਗਾਹ ਤੋਂ ਲਿਖਣ ਦਾ ਬਣਾ ਰਿਹਾ ਸਾਂ ਮਨ, ਤਾਂ ਉਹਦੇ ਵਿੱਚ ਸੁਭਾਵਿਕ ਇੱਕ ਰੱਬੀ ਬਖਸ਼ਿਸ਼ ਦਾ ਫੁਰਨਾ ਬਣਿਆ ਕਿ ਅਸੀਂ ਜੀਵਨ ਦੇ ਨੁਕਤੇ ਨੂੰ ਬੜੇ ਹੋਰ ਜਿਹੇ ਤਰੀਕਿਆਂ ਤੋਂ ਸਮਝਣ ਲੱਗ ਪਏ ਤਾਂ ਸਾਡੇ ਕੋਲ ਜੀਵਨ ਦੀ ਰੌਂ ਗਵਾ ਚੁੱਕੀ ਹੈ। ਸਭ ਤੋਂ ਪਹਿਲਾਂ ਜੀਵਨ ਇਹ ਬ੍ਰਹਿਮੰਡ ਦਾ ਬਣਿਆ। ਬ੍ਰਹਿਮੰਡ ਪਰਮਾਤਮਾ ਦਾ ਸਰੀਰ ਹੈ। ਇਸ ਬ੍ਰਹਿਮੰਡ ਵਿੱਚ ਜੀਵਨ ਕਿਵੇਂ ਚੱਲ ਰਿਹਾ ਇਹਦੇ ਤੋਂ ਜੀਵਨ ਦਾ ਨਿਜ਼ਾਮ ਸਮਝੋ। ਸ੍ਰਿਸ਼ਟੀ ਕਿੰਨਾ, ਆ ਮਿੱਟੀ ਕਿੰਨਾ ਕੁਝ ਦਾ ਨਿਰਮਾਣ ਕਰਦੀ ਹੈ, ਪਰ ਆਪਣੀ ਹਸਤੀ ਕਦੀ ਨਹੀਂ ਜਣਾਉਂਦੀ, ਨਿਮਨ ਰਹਿੰਦੀ ਹੈ। ਕਿੰਨੇ ਕਿੰਨੇ ਫਲ, ਕਿੰਨੇ ਕਿੰਨੇ ਵੱਡੇ ਰੁੱਖ, ਕਿੰਨੇ ਕਿੰਨੇ ਵੱਡੇ ਮਹਿਲ ਮਾੜੀਆਂ ਨੂੰ ਉਹ ਸਪੇਸ ਦੇ ਰਹੀ ਹੈ, ਬੇਸ ਦੇ ਰਹੀ ਹੈ, ਪਰ ਕਦੀ ਆਪਣੇ ਆਪ ਨੂੰ ਨਹੀਂ ਜਣਾਉਂਦੀ। ਤਾਂ ਇਸੇ ਪ੍ਰਕਾਰ ਜੀਵਨ ਦਾ, ਜੀਵਨ ਮ੍ਰਿਤਕ ਦਾ ਨੁਕਤਾ ਇੱਕ ਇਹ ਵੀ ਸਿੱਖਿਆ ਜਾ ਸਕਦਾ ਹੈ ਕਿ ਜੇ ਸ੍ਰਿਸ਼ਟੀ, ਪ੍ਰਿਥਵੀ, ਮਿੱਟੀ ਨਿਮਰ ਰਹਿ ਕੇ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਪ੍ਰਤਪਾਲਣ, ਔਰ ਭਗਤ ਬਾਬਾ ਫਰੀਦ ਸਾਹਿਬ ਜੀ ਕਿੱਡਾ ਵੱਡਾ ਰੈਲਮ ਇਹਦਾ ਪੈਦਾ ਕਰ ਦਿੰਦੇ ਹਨ। ਕਹਿੰਦੇ ਜੀਵਨ ਦੇ ਆ ਪੈਰਾਂ ਤਲੇ ਮੋਇਆਂ ਉੱਪਰ ਹੋਏ। ਕਿਸੇ ਪ੍ਰਕਾਰ ਜੀਵਤ ਮ੍ਰਿਤਕ ਦਾ ਇੱਕ ਨੁਕਤਾ ਇਹ ਵੀ ਸਿੱਖਿਆ ਜਾ ਸਕਦਾ ਹੈ ਕਿ ਜਿਹੜਾ ਮਿੱਟੀ ਹੈ ਉਹਦੇ ਵਾਂਗ ਰਹਿਣਾ, ਭਾਵ ਕਿ ਆਪਣੀ ਹੋਂਦ ਜਨਾਉਣੀ ਨਹੀਂ, ਪਰ ਬਲ ਸਾਰਾ ਆਪਣੇ ਕੁਝ ਰੱਖਣਾ। ਜਿਵੇਂ ਅਸੀਂ ਪੰਕਤੀ ਅਕਸਰ ਕਹਿੰਦੇ ਤਾਣ ਹੁੰਦੇ ਹੋਏ ਨਤਾਣਾ। ਸ੍ਰਿਸ਼ਟੀ ਕੋਲੋਂ ਕਿੰਨਾ ਤਾਣ ਹੈ, ਪ੍ਰਿਥਵੀ ਦੇ ਕੋਲੋਂ ਕਿੰਨਾ ਬਲ ਹੈ ਕਿ ਉਹਦੇ ਵਿੱਚ ਅਸੀਂ ਇੱਕ ਬੀਜ ਬੀਜਦੇ ਹਾਂ, ਸਾਨੂੰ 10 ਬੀਜ ਦਿੰਦੀ ਹੈ। ਸਾਡੀ ਇੰਨੀ ਮੈਲ ਅਸੀਂ ਜ਼ਮੀਨ 'ਤੇ ਸੁੱਟਦੇ ਹਾਂ, ਉਹ 10 ਕੁ ਦਿਨਾਂ ਬਾਅਦ ਜਜ਼ਬ ਹੋ ਜਾਂਦੀ ਹੈ ਉੱਥੇ। ਮਤਲਬ ਉਹਦੇ ਕੋਲੋਂ ਬਲ ਹੈ, ਪਰ ਉਹਨੇ ਕਦੀ ਜਣਾਇਆ ਨਹੀਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਜੀਵਤ ਮ੍ਰਿਤਕ ਹੋਣ ਵਾਲੇ ਨੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਰੱਬਦੇ ਨੇ। ਉਹ ਨਹੀਂ ਕਹਿੰਦੇ ਕਿ ਮੈਨੂੰ ਕੋਈ ਕਿਤਾਬ ਦਿਓ ਅਤੇ ਮੈਂ ਉਹਦੇ 'ਚ ਰੱਬ ਦੇ ਗੁਣ ਸਿੱਖਾਂ। ਉਹਨਾਂ ਨੂੰ ਪਤਾ ਸ੍ਰਿਸ਼ਟੀ ਦੇ ਕਾਇਨਾਤ ਦੇ ਵਿੱਚ, ਜਿਵੇਂ ਭਗਤ ਕਬੀਰ ਸਾਹਿਬ ਨੇ ਕਿਹਾ ਰਾਮ ਨਾਮ, ਰਾਮ ਨਾਮ ਦਾ ਪਤਾ ਕੀ ਪਰਮੇਸ਼ਰ ਇਸ ਕਾਇਨਾਤ ਵਿੱਚ ਸਮਾਇਆ ਹੋਇਆ ਹੈ। ਉਹ ਰਸ ਰੂਪ ਕਰਕੇ ਸਮਾਇਆ, ਉਹ ਗਿਆਨ ਰੂਪ ਕਰਕੇ ਸਮਾਇਆ, ਉਹ ਰਮਜ ਰੂਪ ਕਰਕੇ ਸਮਾਇਆ ਹੈ। ਨਾਮ ਦੁਆਰਾ ਉਹਦਾ ਬੋਧ ਪੈਦਾ ਕਰਨਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਰਭੈ ਹੋਏ ਕੈ ਗੁਣ ਰਵੈ। ਇਸ ਕਰਕੇ ਮਿੱਟੀ ਤੋਂ ਵਿਨਿਮਰ ਹੋਣ ਦਾ ਗੁਣ ਧਾਰਨ ਕਰੀਏ। ਤਾਂ ਇਸੇ ਪ੍ਰਕਾਰ ਸਮਤਾ ਦਾ ਗੁਣ ਧਾਰਨ ਕਰਨਾ ਹੈ, ਵਰਖਾ ਤੋਂ ਕਰੀਏ। ਜਦੋਂ ਵਰਖਾ ਪੈਂਦੀ ਹੈ ਟੋਏ ਟਿੱਬੇ ਸਾਰਿਆਂ ਨੂੰ ਭਰ ਕੇ ਬਰਾਬਰ ਕਰ ਦਿੰਦੀ ਹੈ। ਇਸੇ ਪ੍ਰਕਾਰ ਸਾਡੇ ਅੰਦਰ ਦਾ ਜਿਹੜਾ ਵਿਵਹਾਰ ਹੈ ਉਹ ਸਾਰੀ ਖਲਕਤ ਦੇ ਨਾਲ ਜੋਤ ਰੂਪ ਕਰਕੇ ਹੋਵੇ। ਅਸੀਂ ਬੰਦਿਆਂ ਨਾਲ ਪਤਾ ਕਿਵੇਂ ਜੁੜਦੇ ਹਾਂ, ਇਹ ਥੋੜ੍ਹਾ ਪੜ੍ਹਿਆ ਲਿਖਿਆ ਹੈ, ਇਹ ਥੋੜ੍ਹਾ ਕਾਰੋਬਾਰੀ ਹੈ, ਇਹ ਰਾਜਨੀਤੀ ਹੈ, ਇਸ ਤਰ੍ਹਾਂ ਜੁੜਦੇ ਹਾਂ ਅਸੀਂ। ਪਰ ਭਗਤ ਗੁਰੂ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਕਹਿ ਰਹੇ ਕਿ ਜੋਤ ਰੂਪ ਕਰਕੇ ਜੁੜੋ। ਕਿਉਂ ਜੋ ਮਰਜ਼ੀ ਹੋਵੇ, ਪਰ ਇਹਦੇ ਅੰਦਰ ਇੱਕ ਮਾਲਕ ਦੀ ਜੋਤ ਦਾ ਪ੍ਰਕਾਸ਼ ਹੈ, ਮੈਂ ਉਹਦੇ ਨਾਲ ਹੀ ਵਾਹ ਬਸਤਾ ਹੋਣਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਣ ਰਵੈ, ਜਿਹੜਾ ਇਸ ਪ੍ਰਕਾਰ ਰੱਬੀ ਗੁਣਾਂ ਦੇ ਭਾਵ ਨੂੰ ਰੱਬ ਦਾ ਧਾਰਨ ਕਰਦਾ ਰਹਿੰਦਾ ਹੈ। ਜਤ ਪੇਖੋ ਤਤ ਸੋਏ, ਜਿਹੜਾ ਸਰਬ ਵਿਆਪਕ ਹੈ। ਅਤੇ ਫਿਰ ਉਹਦੇ ਜੀਵਨ ਦੀ ਜੀਵਨ ਮ੍ਰਿਤਕ ਵਾਲੀ ਸਾਹ ਜਿਹੜਾ ਅਵਸਥਾ ਬਣਦੀ ਹੈ। ਅਤੇ ਇੱਕ ਸਤਸੰਗੀ ਮਨੁੱਖ ਦੀ ਜਿਵੇਂ ਵਿੱਦਿਆ ਦੇ ਉੱਚੇ ਮੁਕਾਮ ਨੇ, ਜਿਵੇਂ ਰਾਜਨੀਤੀ ਦੇ ਵੀ ਇੱਕ ਉੱਚੇ ਮੁਕਾਮ ਨੇ, ਇਸੇ ਪ੍ਰਕਾਰ ਅਧਿਆਤਮ ਦੇ ਵੀ ਆਪੋ ਆਪਣੇ ਇੱਕ ਮੁਕਾਮ ਨੇ। ਜਿਹੜਾ ਬੰਦਾ ਜਿਉਂਦਿਆਂ ਮੋਇਆ ਸਮਾਨ ਰਹਿੰਦਾ ਹੈ, ਸਮਝ ਲਓ ਅਧਿਆਤਮਿਕ ਦੀ ਉੱਚਤਾ 'ਤੇ ਗਿਆ, ਜਿਹਨੇ ਆਪਣੀ ਹਉਂ ਹੀ ਸਾਰੀ ਮੇਟ ਦਿੱਤੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋ ਤਤ ਸੋਏ। ਜਿੰਨਾ ਚਿਰ ਬੰਦਾ ਜੀਵਨ ਦੇ ਇਹਨਾਂ ਆਧਾਰਾਂ ਦੇ ਨਾਲ, ਜਿਹੜਾ ਸਮਾਜ, ਪਰਿਵਾਰ, ਪਦਾਰਥ, ਇਹਦੇ ਨਾਲ ਜੁੜਿਆ ਰਹੇਗਾ, ਉਹਨਾਂ ਚਿਰ ਨਿਰਭਉ ਨਹੀਂ ਹੋ ਸਕਦਾ। ਸਾਡੇ ਅੰਦਰ ਕਿੰਨੇ ਡਰ ਚੱਲਦੇ ਨੇ, ਕਦੇ ਬਚ ਗਏ ਸਹੀ। ਸਾਡੇ ਅੰਦਰ ਸਭ ਤੋਂ ਪਹਿਲਾਂ ਡਰ ਚੱਲਦਾ ਹੈ ਸਾਡਾ ਜੀਵਨ ਨਾ ਖਤਮ ਹੋ ਜਾਏ। ਅਤੇ ਜਦੋਂ ਜਿਹੜਾ ਜੀਵਤ ਮ੍ਰਿਤਕ ਹੈ ਉਹਦੇ ਅੰਦਰ ਇਹ ਡਰ ਕਿਸੇ ਹੋਰ ਰੂਪ 'ਚ ਚੱਲਦਾ, ਉਹਦੇ ਅੰਦਰ ਇਹ ਚੱਲਦਾ, ਉਹਨੂੰ ਪਤਾ ਲੱਗ ਜਾਂਦਾ ਕਿ ਸਰੀਰ ਤਾਂ ਵਕਤੀ ਹੈ, ਅਸੀਂ ਸਰੀਰ ਨੂੰ ਸਦੀਵ ਹੀ ਮੰਨ ਰਹੇ ਹਾਂ। ਇਸ ਕਰਕੇ ਉਹ ਕਹਿੰਦਾ ਜੇ ਬਿਨਸਿਵ ਜਾਵੇਗਾ ਤਾਂ ਕੋਈ ਵੱਡੀ ਗੱਲ ਨਹੀਂ। ਅਸਲ 'ਚ ਇਹਦੇ ਅੰਦਰ ਜਿਹੜੀ ਆਜ਼ਮ ਜੋਤ ਹੈ ਉਹ ਵੱਡਾ ਤੱਤ ਹੈ। ਇਸੇ ਪ੍ਰਕਾਰ ਅਸੀਂ ਜੀਵਨ ਦਾ ਆਧਾਰ ਮੰਨਦੇ ਹਾਂ, ਮਤਲਬ ਜੀਵਨ ਦੇ ਅਸੀਂ ਜਿਹੜੇ ਆਧਾਰ ਮੰਨਦੇ ਹਾਂ ਉਹ ਵੈਸੇ ਮ੍ਰਿਤ ਵਿੱਚ ਜਾਣੇ ਹੀ ਜਾਣੇ ਨੇ। ਜੋ ਵੀ ਅਸੀਂ ਜੀਵਨ ਦੇ ਆਧਾਰ ਮੰਨ ਕੇ ਬੈਠੇ ਹਾਂ ਜਾਂ ਜਿਨ੍ਹਾਂ ਨੂੰ ਹੰਢਾ ਰਹੇ ਹਾਂ, ਉਹ ਵੈਸੇ ਵੀ ਮ੍ਰਿਤਕ ਹੋਣੇ ਹੀ ਹੋਣੇ ਨੇ। ਪਰ ਜੇ ਉਹਨਾਂ ਦਾ ਮ੍ਰਿਤਕ ਤੋਂ ਅਗਲਾ ਪਸਾਰ ਬੁੱਝ ਲਵਾਂਗੇ ਤਾਂ ਫਿਰ ਉਹਨਾਂ ਦੇ ਮ੍ਰਿਤਕ ਦਾ ਜਿਹੜਾ ਕਾਲ ਵਾਲਾ ਡਰ ਹੈ
ਉਹ ਬਿਨਸ ਜਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਰਭੈ ਫਿਰ ਜੀਵ ਨਿਰਭਉ ਹੋ ਜਾਏਗਾ। ਪਾਵਨ ਗੁਰਬਾਣੀ 'ਚ ਵਾਕ ਹੁੰਦਾ ਨਿਰਭਉ ਜਪੈ ਸਗਲ ਭਾਉ ਮਿਟੈ, ਕਿ ਜਿਹੜਾ ਆਪਣੇ ਨਿਰਭਉ, ਹੁਣ ਨਿਰਭਉ ਸਰੂਪ ਨੂੰ ਭਾਵ ਕੀ ਹੈ ਕਿ ਹੁਣ ਬੱਚੇ ਨੂੰ ਤਾਂ ਕਦੀ ਮੌਤ ਦਾ ਡਰ ਵਿਆਪਿਆ ਨਹੀਂ, ਬੱਚੇ ਨੂੰ ਤਾਂ ਕਦੀ ਮੌਤ ਦਾ ਡਰ ਨਹੀਂ ਵਿਆਪਿਆ। ਇਹਦਾ ਮਤਲਬ ਕੀ ਹੈ ਕਿ ਉਹ ਆਪਣੇ ਆਤਮ ਸਰੂਪ ਦੇ ਨੇੜੇ ਰਹਿੰਦਾ ਹੈ। ਉਹਨੂੰ ਪਰਿਵਾਰ ਦੀ ਲੋੜ ਦਾ ਵੀ ਇੰਨਾ ਮਤਾਹਤ ਨਹੀਂ ਹੁੰਦਾ, ਪਦਾਰਥਾਂ ਦੀ ਲੋੜ ਦਾ ਵੀ ਨਹੀਂ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਨਿਰਭਉ ਪਰਮੇਸ਼ਰ ਨਾਲ ਜੁੜਦਾ ਹੈ ਉਹਦੇ ਅੰਦਰ ਨਿਰਭੈਤਾ ਦਾ ਗੁਣ ਉਤਰਦਾ ਹੈ ਅਤੇ ਉਹ ਗੁਣਾਂ ਦੇ ਸਹਿਤ ਹੋ ਕੇ ਜੀਵਨ ਮ੍ਰਿਤਕ ਦੀ ਸਾਧਨਾ ਵਾਲਾ ਬਣ ਜਾਂਦਾ ਹੈ। ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਆਨੰਦ। ਤਾਂ ਹੁਣ ਭਗਤ ਕਬੀਰ ਸਾਹਿਬ ਜੀ ਇਸੇ ਸ਼ਲੋਕ ਦਾ ਇੱਕ ਅਗਲਾ ਪਸਾਰ ਸਾਡੇ ਸਾਹਮਣੇ ਰੱਖਦੇ ਨੇ। ਸੰਸਾਰ ਵਿੱਚ ਹਰੇਕ ਬੰਦਾ ਸੁਖੀ ਹੋਣਾ ਚਾਹੁੰਦਾ, ਔਰ ਦੂਜੀ ਗੱਲ ਸੁਖੀ ਹੋਣ ਦੇ ਵੀ ਅਸੀਂ ਅਰਥ ਕੁਝ ਸੀਮਤ ਜੇ ਬਣਾ ਲਏ ਨੇ। ਤਨ ਸਵਸਥ ਰਹੇ, ਕਿਸੇ ਪ੍ਰਕਾਰ 'ਤੇ ਕੋਈ ਵਿਘਨ ਨਾ ਵਾਪਰੇ, ਬਸ ਇਹੀ ਸੁੱਖ ਹੈ ਸਾਡੇ ਨੇ। ਮਤਲਬ ਜੋ ਅਸੀਂ ਆਪਣੇ ਮਨ ਦੇ ਤਲ 'ਤੇ ਚਾਹੁੰਦੇ ਹਾਂ ਠੀਕ ਉਵੇਂ ਵਾਪਰਦਾ ਜਾਵੇ। ਉਦਾਹਰਨ ਦੇ ਤੌਰ 'ਤੇ ਅਸੀਂ ਰੁੱਤਾਂ ਦੀ ਗੱਲ ਕਰ ਲਈਏ, ਸਾਨੂੰ ਬਾਰਿਸ਼ ਚਾਹੀਦੀ, ਬਾਰਿਸ਼ ਹੋ ਜਾਏ ਸੁਖੀ ਹਾਂ, ਨਹੀਂ ਹੋਊਗੀ ਅਸੀਂ ਦੁਖੀ ਹੋ ਜਾਵਾਂਗੇ। ਇਸ ਤਰ੍ਹਾਂ ਦੀ ਕਿ ਆਪਣੇ ਅਨੁਕੂਲਤਾ ਦੀ ਹਾਲਤ ਨੂੰ ਪ੍ਰਮੁੱਖ ਮੰਨ ਕੇ ਉਹਦੇ ਅਨੁਸਾਰ ਜਿਉਣ ਨੂੰ ਅਸੀਂ ਸੁੱਖ ਮੰਨ ਬੈਠੇ ਹਾਂ, ਅਤੇ ਉਹਦੇ ਵਿੱਚ ਹੁਕਮ ਦਾ ਰੈਲਮ ਬਾਹਰੀ ਹੋ ਜਾਂਦਾ। ਹੁਣ ਰੁੱਤਾਂ ਦੇ ਵਿੱਚ ਸਾਡੀ ਮਰਜ਼ੀ ਥੋੜ੍ਹਾ ਚੱਲਣੀ ਹੈ, ਸਾਨੂੰ ਤਾਂ ਆਪਣੇ ਮਨੁੱਖ ਹੋਣ ਦੀ ਚਿੰਤਾ ਹੈ ਕਿ ਸਾਨੂੰ ਸੁੱਖ ਪਹੁੰਚਣਾ ਚਾਹੀਦਾ। ਪਰ ਜਿਨਨੇ 84 ਲੱਖ ਜੂਨ ਪਾਈ ਰਿਜਕ ਦੀਆ ਸਭੂ ਕੋ ਤਦਕਾ, ਜਿਹੜਾ ਉਹ ਇਹਨਾਂ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ, ਉਹਦਾ ਧਿਆਨ ਕਿਵੇਂ, ਉਹਨਾਂ ਦੀ ਸਾਰੀ ਸਿਮਰਤੀ ਪ੍ਰਤਪਾਲਨਾ ਦਾ ਧਿਆਨ ਕੌਣ ਰੱਖੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜਾ ਜੀਵਨ ਦੇ ਵਿੱਚ ਆਨੰਦ ਬਣਨਾ ਹੈ, ਜਿਵੇਂ ਆਨੰਦ ਸਾਹਿਬ ਦੀ ਬਾਣੀ 'ਚ ਨਾ ਇੱਕ ਪੌੜੀ ਆਉਂਦੀ ਹੈ, ਉਹਦੇ ਵਿੱਚ ਵਾਕ ਆਉਂਦਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ, ਕਿ ਉਹ ਸਾਰਾ ਸੰਸਾਰ ਕਹੀ ਜਾਂਦਾ ਕਿ ਸਾਨੂੰ ਆਨੰਦ ਆ ਗਿਆ, ਸਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ। ਪਰ ਕਹਿੰਦੇ ਭਗਤ ਗੁਰੂ ਸਾਹਿਬ ਜੀ ਕਹਿੰਦੇ ਗੁਰ ਤੇ ਜਾਣਿਆ, ਮਤਲਬ ਗੁਰ ਸਰੂਪ ਦੇ ਬਣੇ ਉਪਜੇ ਗਿਆਨ ਤੋਂ ਜਾਣਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਾਂ ਦਿਨ ਹਉ ਮੂਆ, ਜਿਸ ਦਿਨ ਦੀ ਆਪਣੀ ਹਉਮੈ ਵਾਲੀ ਮੇਟ ਜਿਹੜੀ ਹੋਂਦ ਹੈ ਉਹਨੂੰ ਮੇਟ ਲਿਆ, ਉਹਨੂੰ ਖਤਮ ਕਰ ਲਿਆ ਹੈ। ਕਹਿੰਦੇ ਪਾਛੈ ਪਿਆ ਆਨੰਦ, ਉਸ ਦਿਨ ਤੋਂ ਬਾਅਦ ਜੀਵਨ ਦੇ ਵਿੱਚ ਆਨੰਦ ਬਣਨਾ ਸ਼ੁਰੂ ਹੋਇਆ ਹੈ। ਮੋਹੇ ਮਿਲਿਓ ਪ੍ਰਭ ਆਪਣਾ, ਮੈਂ ਆਪਣੇ ਮੂਲ ਸਰੂਪ ਨੂੰ, ਅਕਾਲ ਪੁਰਖ ਸਰੂਪ ਨੂੰ, ਜੋਤ ਸਰੂਪ ਨੂੰ ਮਿਲ ਚੁੱਕਾ ਹਾਂ। ਸੰਗੀ ਭਜਹਿ ਗੋਬਿੰਦ, ਤੇ ਮੇਰੇ ਹੋਰ ਜਿਹੜੇ ਸੰਗੀ ਹਨ ਗਿਆਨ ਇੰਦਰੇ ਕਰਮ ਇੰਦਰੇ, ਇਹ ਵੀ ਸਾਰੇ ਗੋਬਿੰਦ ਪਰਮੇਸ਼ਰ ਦੀ ਆਰਾਧਨਾ ਕਰਨ ਲੱਗ ਪਏ ਹਨ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਕਬੀਰ ਜਾਂ ਦਿਨ ਹਉ ਮੂਆ। ਹੁਣ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਜਾਂ ਦਿਨ, ਇਹਦਾ ਭਾਵ ਇਹ ਹੈ ਕਿ ਜਦੋਂ ਬੰਦਾ ਜੀਵਨ ਮ੍ਰਿਤਕ ਦੇ ਪ੍ਰੋਸੈਸ ਵਿੱਚ ਪੈਂਦਾ ਹੈ ਤਾਂ ਉਹਨੂੰ ਕੋਈ ਇੱਕ ਖਾਸ ਦਿਨ ਲੱਗਦਾ ਜਿੱਦਣ ਉਹਦੇ ਜੀਵਨ ਦੀ ਪੂਰੀ ਟਰਾਂਸਫੋਰਮੇਸ਼ਨ ਹੋ ਜਾਂਦੀ ਹੈ। ਜਿੱਦਣ ਉਹਦੇ ਜੀਵਨ ਦਾ ਪੂਰਾ ਪਰਿਵਰਤਨ ਹੋ ਜਾਂਦਾ ਅਤੇ ਉਸ ਦਿਨ ਇਸ ਗੱਲ ਨੂੰ ਉਹ ਰਿਅਲਾਈਜ਼ ਕਰਦਾ ਹੈ ਕਿ ਅੱਜ ਮੇਰੀ ਸਾਰੀ ਹਉਂ ਮਿਟ ਗਈ ਹੈ, ਅਤੇ ਇਸ ਹਉਂ ਨੂੰ ਮਿਟਣ ਦੇ ਲਈ ਰੋਜ਼ਾਨਾ ਯਤਨ ਕਰਨਾ ਪੈਂਦਾ। ਅਤੇ ਹਉਂ ਦੇ ਪਸਾਰ ਅਸੀਂ ਆਪ ਸਿਰਜਦੇ ਹਾਂ। ਜਦੋਂ ਪੈਦਾ ਹੋਏ ਸਾਂ ਕੋਈ ਜਾਤੀ ਰੁਤਬਾ ਅਹੁਦਾ ਚੰਗੇ ਮੰਦੇ ਸਰਵ ਸ਼੍ਰੇਸ਼ਟ ਦਾ ਕੋਈ ਖਿਆਲ ਨਹੀਂ ਸੀ। ਹੌਲੀ ਹੌਲੀ ਆਪਣੇ ਆਪ ਨੂੰ ਇਹਨਾਂ ਨਾਲ ਭਰਦੇ ਗਏ, ਮੈਂ ਗਿਆਨੀ, ਮੈਂ ਪੜ੍ਹਿਆ ਲਿਖਿਆ, ਕਾਰੋਬਾਰੀ, ਇਹਦੇ ਨਾਲ ਭਰਦੇ ਗਏ। ਫਿਰ ਜਦੋਂ ਆਪਣੇ ਮੈਂ ਦੇ ਸਹਿਤ ਮਮਤਾ ਦੇ ਕਰਕੇ ਇਹਨਾਂ ਚੀਜ਼ਾਂ ਨਾਲ ਜੋੜਦੇ ਗਏ, ਹੁਣ ਜਦੋਂ ਇੱਕ ਮੈਂ ਪੈਦਾ ਹੋਵੇਗੀ ਤਾਂ ਦੂਜੀ ਮੈਂ ਵੀ ਤਾਂ ਪੈਦਾ ਹੋਣੀ ਹੈ। ਜਦੋਂ ਪਹਿਲੀ ਮੈਂ ਨਾ ਪੈਦਾ ਹੋਏਗੀ ਦੂਜੀ ਮੈਂ ਪੈਦਾ ਨਹੀਂ ਹੋ ਸਕਦੀ। ਇਸ ਗੱਲ ਦਾ ਸਰਲ ਭਾਵ ਇਹ ਹੈ ਕਿ ਜੇ ਇੱਕ ਮਨੁੱਖ ਕਿਸੇ ਪਦਾਰਥ ਦੇ ਉੱਪਰ ਆਪਣੇ ਮੈਂ ਰੂਪ ਕਬਜ਼ੇ ਦਾ ਦਾਅਵਾ ਕਰੇਗਾ ਤਾਂ ਹੀ ਦੂਜਾ ਕਰੇਗਾ, ਨਹੀਂ ਤਾਂ ਦੂਜਾ ਕਿਵੇਂ ਕਰ ਸਕਦਾ ਹੈ। ਜਿਵੇਂ ਸ਼ਾਮਲਾਟ ਜ਼ਮੀਨਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਉੱਪਰ ਇੱਕ ਦਾ ਖਾਸ ਦਾ ਅਧਿਕਾਰ ਹੁੰਦਾ, ਦੂਜਾ ਦਾਅਵਾ ਨਹੀਂ ਕਰ ਸਕਦਾ। ਤਾਂ ਇਸੇ ਪ੍ਰਕਾਰ ਜਿਹੜਾ ਸਾਡਾ ਸਾਰਾ ਜੀਵਨ ਬਣਿਆ ਹੈ ਜਾਂ ਜਿੰਨੇ ਪਦਾਰਥ ਸਾਨੂੰ ਜੀਵਨ 'ਚ ਪ੍ਰਾਪਤ ਹੋਏ ਨੇ, ਜੇ ਅਸੀਂ ਉਹਦੀ ਮੈਂ ਵਾਲੀ ਹੋਂਦ ਨਹੀਂ ਬਣਾਵਾਂਗੇ ਤਾਂ ਉਹਦੀ ਦੂਜੀ ਮੈਂ ਨਹੀਂ ਪੈਦਾ ਹੋਏਗੀ। ਜਿਵੇਂ ਉਦਾਹਰਨ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਂ ਦਿਨ ਹਉ ਮੂਆ, ਜਿਹੜਾ ਜੀਵਨ ਮ੍ਰਿਤਕ, ਔਰ ਇਹਦੀ ਸਾਧਨਾ ਬੜੀ ਪੀਡੀ ਹੈ। ਬੜਾ ਬੰਦਾ ਨਾ ਘਬਰਾਹਟ ਵਿੱਚ ਜਾਂਦਾ ਜਦੋਂ ਇਹਦੀ ਸਾਧਨਾ ਕਰਨੀ ਪੈਂਦੀ ਕਿ ਅਸੀਂ ਚੱਲ ਹੀ ਇਹਨਾਂ ਦੇ ਆਧਾਰ 'ਤੇ ਹੁੰਦੇ ਹਾਂ। ਮਤਲਬ ਜਿਵੇਂ ਸਾਡਾ ਗਿਆਨੀ ਹੋਣ ਦਾ ਰੁਤਬਾ ਮੰਨਿਆ ਜਾਂਦਾ ਕਿ ਸਾਨੂੰ ਕੋਈ ਅਗਿਆਨੀ ਕਹਿ ਦੇ ਜਾਂ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਸੰਬੋਧਨ ਹੋ ਜਾਏ ਜਾਂ ਸਾਡੀ ਗਿਆਨ ਦੀ ਸਾਧਨ ਦੇ ਉੱਪਰ ਕੋਈ ਕਿੰਤੂ ਖੜਾ ਕਰ ਦੇ ਤਾਂ ਉਹ ਗਿਆਨੀ ਦੀ ਅੰਦਰੂਨੀ ਰੂਪ ਦੇ ਵਿੱਚ ਮੌਤ ਹੁੰਦੀ ਹੈ। ਉਹਨੂੰ ਲੱਗਦਾ ਕਿ ਮੈਂ ਮਰ ਜਾਵਾਂਗਾ, ਇਸ ਕਰਕੇ ਉਹ ਆਪਣੀ ਹਉਂ ਨੂੰ ਡਿਫੈਂਡ ਕਰਨ ਲੱਗ ਪੈਂਦਾ
ਇਸੇ ਪ੍ਰਕਾਰ ਹਰੇਕ ਬੰਦਾ ਇੱਕ ਈਗੋ ਦੇ ਪਸਾਰ ਵਿੱਚ ਜਿਉ ਰਿਹਾ ਹੈ ਅਤੇ ਉਹਨੂੰ ਛੱਡਣਾ ਉਹਦੇ ਲਈ ਮੌਤ ਹੁੰਦੀ ਹੈ। ਤਾਂ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਹੌਲੀ ਹੌਲੀ ਮਨੁੱਖ ਛੱਡਦਾ ਜਾਵੇ, ਚੀਜ਼ਾਂ ਦੇ ਵਿੱਚ ਰਹੇ ਪਰ ਚੀਜ਼ਾਂ ਦੇ ਭਾਵ ਨੂੰ ਨਾ ਹੰਡਾਏ। ਗੁਰੂ ਨਾਨਕ ਸਾਹਿਬ ਜੀ ਨੇ ਕਿੱਡੀ ਕਮਾਲ ਦੀ ਜੁਗਤ ਸਾਨੂੰ ਦੱਸੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਬੀ ਪਾਣੀ ਵਿੱਚ ਰਹਿ ਰਹੀ ਹੈ, ਪੰਖ ਨਹੀਂ ਭਿੱਜਣ ਦੇ ਰਹੀ। ਦੁਨਿਆਵੀ ਰੁਤਬਿਆਂ, ਜਾਤ ਅਹੁਦਿਆਂ, ਚੰਗੇਪਣ, ਇਹਨਾਂ ਸਾਰਿਆਂ 'ਚ ਰਹੋ ਪਰ ਆਪਣੀ ਆਤਮਾ ਨੂੰ ਇਹਨਾਂ ਸਾਰਿਆਂ ਤੋਂ ਅਲਿਪਤ ਰੱਖੋ, ਮਤਲਬ ਕਿ ਆਪਣੀ ਹਸਤੀ ਨੂੰ ਬਿਲਕੁਲ ਸ਼ੂਨਿਆ ਜਾਣੋ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਂ ਦਿਨ ਹਉ ਮੂਆ, ਸਾਧਨਾ ਕਰਦਿਆਂ ਕਰਦਿਆਂ ਜਿੱਦਣ ਪਤਾ ਲੱਗਾ ਕਿ ਪੂਰੀ ਹਉ ਮਿਟ ਗਈ ਹੈ, ਪਾਛੈ ਭਇਆ ਆਨੰਦ। ਹੁਣ ਹਉ ਮਿਟਣ ਦਾ, ਮਿਟਿਆਂ ਦਾ ਕੋਈ ਕਹੋਗੇ ਲੱਛਣ ਵੀ ਹੋਣੇ ਚਾਹੀਦੇ। ਜਿਹਦੀ ਹਉ ਮਿਟ ਗਈ ਹੈ, ਕੀ ਲੱਛਣ ਹੋਣਗੇ? ਮਹਾਤਮਾ ਬੁੱਧ ਕਿਸੇ ਨਗਰ ਵਿੱਚ ਬੈਠੇ ਸਨ, ਗਿਆਨ ਚਰਚਾ ਕਰ ਰਹੇ ਸਨ। ਕੋਈ ਇਨਸਾਨ ਆਇਆ, ਆ ਕੇ ਪਹਿਲਾਂ ਬੜੇ ਮੰਦੇ ਭਲੇ ਬੋਲ ਕਹੇ, ਤਾਂ ਆਖਰ ਬੋਲਾਂ ਕਹਿਣ ਤੋਂ ਬਾਅਦ ਰੁਕਿਆ ਨਾ ਗਿਆ। ਉਹਦੇ ਅੰਦਰ ਕ੍ਰੋਧ ਦੀ, ਨਫ਼ਰਤ ਦੀ ਬੜੀ ਜ਼ਹਿਰ ਬਣੀ ਹੋਈ, ਹਾਰ ਕੇ ਉਹਨਾਂ ਦੇ ਮੁੱਖ ਉੱਪਰ ਥੁੱਕ ਕੇ ਚਲਾ ਗਿਆ। ਮਹਾਤਮਾ ਬੁੱਧ ਨੇ ਬੜੇ ਆਰਾਮ ਦੇ ਨਾਲ ਆਪਣਾ ਮੂੰਹ ਪੂੰਝਿਆ ਬੈਠੇ ਰਹੇ। ਫਿਰ ਦੁਬਾਰਾ ਉਸੇ ਗਿਆਨ ਦੀ ਚਰਚਾ ਚੱਲ ਪਈ। ਜਦ ਸ਼ਾਮ ਦਾ ਸਮਾਂ ਹੋਇਆ ਤੇ ਮਹਾਤਮਾ ਬੁੱਧ ਨੇ ਆਨੰਦ ਵੱਲ, ਜੋ ਜਨ ਚਚੇਰਾ ਭਰਾ ਸੀ, ਉਹਦੇ ਵੱਲ ਦੇਖਿਆ। ਕਹਿਣ ਲੱਗੇ, ਆਨੰਦ ਤੂੰ ਪਛੇਮਾਨ ਲੱਗਦਾ, ਤੇਰਾ ਮੱਥੇ ਦੀ ਹਾਲਤ ਦੱਸਦੀ ਹੈ ਕਿ ਕਿਸੇ ਵਿਚਾਰ ਬਾਰੇ ਤੂੰ ਬਾਰ-ਬਾਰ ਸੋਚ ਰਿਹਾ, ਬਾਰ-ਬਾਰ ਉਹਦਾ ਚਿੰਤਨ ਕਰ ਰਿਹਾ। ਕਹਿਣ ਲੱਗੇ, ਮੇਰੇ ਕੋਲੋਂ ਤੁਹਾਡਾ ਅਪਮਾਨ ਨਹੀਂ ਸਹਿਆ ਗਿਆ। ਤਾਂ ਮਹਾਤਮਾ ਬੁੱਧ ਕਹਿਣ ਲੱਗੇ, ਕਿਹੜਾ ਅਪਮਾਨ, ਕਿਹਨੇ ਕੀਤਾ, ਕਦੋਂ ਕੀਤਾ? ਕਹਿਣ ਲੱਗੇ, ਤੁਸੀਂ ਇੰਨੇ ਵੀ ਬੇਖਬਰ ਨਹੀਂ ਹੋ। ਦੁਪਹਿਰ ਵੇਲੇ ਇੱਕ ਇਨਸਾਨ ਆਇਆ ਸੀ, ਬੜਾ ਬੁਰਾ ਭਲਾ ਕਿਹਾ, ਆਖਰ ਜਾਂਦਾ ਜਾਂਦਾ ਆਪਣਾ ਥੁੱਕ ਮੂੰਹ 'ਤੇ ਪਾ ਗਿਆ। ਇੰਨਾ ਵੀ ਤੁਸੀਂ ਅਚੇਤ ਨਹੀਂ ਹੋ ਸਕਦੇ। ਮਹਾਤਮਾ ਬੁੱਧ ਨੇ ਬੜਾ ਸੁੰਦਰ ਜਵਾਬ ਦਿੱਤਾ। ਕਹਿਣ ਲੱਗੇ, ਅਚੇਤ ਨਹੀਂ ਆ, ਪਰ ਉਹ ਜਿਹਾ ਸੁਚੇਤ ਵੀ ਨਹੀਂ ਆ ਕਿ ਦੂਜੇ ਦਾ ਅਵਗੁਣ ਯਾਦ ਰਹਿ ਜਾਏ। ਅਚੇਤ ਵੀ ਨਹੀਂ ਆ, ਮਤਲਬ ਕਿ ਇਹ ਨਹੀਂ, ਇਹ ਵੀ ਗੱਲ ਨਹੀਂ ਕਿ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਥੁੱਕ ਕੇ ਗਿਆ ਹੈ ਜਾਂ ਉਹਨੇ ਆਪਣੀ ਨਫ਼ਰਤ ਪ੍ਰਗਟ ਕੀਤੀ ਹੈ, ਪਰ ਇੰਨਾ ਸੁਚੇਤ ਵੀ ਨਹੀਂ ਹੈ ਕਿ ਦੂਜੇ ਦਾ ਅਵਗੁਣ ਮੈਨੂੰ ਯਾਦ ਰਹਿ ਜਾਏ, ਦੂਜੇ ਨੇ ਮੇਰੇ ਨਾਲ ਕੀ ਉਪਦਰਵ ਕੀਤਾ ਹੈ ਮੈਨੂੰ ਯਾਦ ਰਹਿ ਜਾਏ। ਇਸ ਕਰਕੇ ਮਹਾਤਮਾ ਬੁੱਧ ਕਹਿਣ ਲੱਗੇ, ਆਨੰਦ, ਮਿੱਟੀ ਦੇ ਉੱਪਰ ਅਸੀਂ ਗੰਦਗੀ ਵੀ ਸੁੱਟਦੇ ਹਾਂ, ਕਦੀ ਨਹੀਂ ਜਣਾਉਂਦੀ। ਉਹ ਸਾਡੀ ਗੰਦਗੀ ਵੀ ਹਰਦੀ ਹੈ, ਅਤੇ ਜੇ ਅਸੀਂ ਉਹਦੇ ਵਿੱਚ ਬਾਲ ਫੁੱਲਵਾੜੀ ਲਗਾਉਂਦੇ ਹਾਂ, ਉਹਨੂੰ ਵੀ ਜਰਦੀ ਹੈ। ਉਹਦਾ ਸੁਭਾਅ ਜਰਨਾ ਅਤੇ ਆਪਣੇ ਆਪ ਵਿੱਚ ਸਮਾ ਲੈਣਾ ਹੈ ਤਾਂ ਕਿ ਉਹ ਦੁਬਾਰਾ ਸ਼ੁੱਧਤਾ ਪੈਦਾ ਕਰ ਸਕੇ। ਇਸ ਕਰਕੇ ਸਾਡੇ ਜੀਵਨ ਵਿੱਚ ਹਉਂ ਦੀ ਹੋਂਦ ਮਿਟ ਗਈ ਹੈ ਅਤੇ ਅਸੀਂ ਉਹਦੇ ਕ੍ਰੋਧ ਨੂੰ ਜਜ਼ਬ ਕਰ ਲਿਆ ਹੈ। ਹੁਣ ਜਦੋਂ ਦੁਬਾਰਾ ਸਾਡੇ ਪਾਸ ਆਏਗਾ ਅਤੇ ਕ੍ਰੋਧ ਤੋਂ ਰਹਿਤ ਹੋ ਕੇ ਆਏਗਾ ਅਤੇ ਉਹਦੇ ਜੀਵਨ 'ਚ ਪਰਿਵਰਤਨ ਹੋਏਗਾ। ਕਿ ਜਿਹੜਾ ਰੁੱਖ, ਧਰਤੀ ਹੈ, ਉਹ ਬੀਜ ਦੀ ਕਰੂਪਤਾ ਨੂੰ ਆਪਣੇ ਅੰਦਰ ਸਮਾ ਲੈਂਦੀ ਹੈ ਪਰ ਸੁੰਦਰਤਾ ਨੂੰ ਪ੍ਰਗਟ ਕਰਦੀ ਹੈ, ਅਤੇ ਜਿਹੜਾ ਜੀਵਤ ਮ੍ਰਿਤਕ ਹੈ, ਜਿਹਦੀ ਹਉਂ ਮਿਟ ਗਈ ਹੈ, ਉਹ ਦੂਜੇ ਦੀ ਅਵਗੁਣਤਾ ਨੂੰ। ਇਸੇ ਕਰਕੇ ਇੱਕ ਨਾ ਸੁਖਮਨੀ ਸਾਹਿਬ ਦੀ ਬਾਣੀ 'ਚ ਵਾਕ ਆਉਂਦਾ ਹੈ ਕਿ ਜਿਹੜਾ ਸੰਤ ਹੈ ਉਹ ਨਿੰਦਕ ਨੂੰ ਵੀ ਬਖਸ਼ ਲੈਂਦਾ ਹੈ, ਉਹ ਨਿੰਦਕ ਨੂੰ ਵੀ ਨਿਵਾਜ ਲੈਂਦਾ, ਇਕਿਰਤ ਘਣ ਨੂੰ ਵੀ ਸਮਾ ਲੈਂਦਾ ਆਪਣੇ ਅੰਦਰ। ਹੁਣ ਅਸੀਂ ਉਂਝ ਕਹਿੰਦੇ ਮਾਵਾਂ ਮਮਤਾ ਦੀ ਮੂਰਤ ਹੁੰਦੀਆਂ ਨੇ। ਬੱਚਾ ਮਾੜਾ ਨਿਕਲ ਆਵੇ ਅਤੇ ਇੱਕ ਪੱਧਰ 'ਤੇ ਜਾ ਕੇ ਮਾਂ ਦੀ ਮਮਤਾ ਵੀ ਜਵਾਬ ਦੇ ਦਿੰਦੀ, ਕਹਿੰਦੀ ਮੈਂ ਤੇਰੇ ਅਪਰਾਧੀ ਪੁਣੇ ਨੂੰ ਪ੍ਰਵਾਨ ਨਹੀਂ ਕਰ ਸਕਦੀ। ਪਰ ਦੇਖੋ, ਸੰਤ ਅਕਿਰਤ ਘਣ ਨੂੰ ਵੀ ਪ੍ਰਵਾਨ ਕਰ ਲੈਂਦਾ ਹੈ। ਇਹਦਾ ਮਤਲਬ ਸੰਤ ਦੇ ਅੰਦਰ ਉਹ ਤਾਂ ਹੀ ਪ੍ਰਵਾਨ ਕਰ ਸਕਦਾ ਹੈ ਕਿ ਉਹਦੀ ਆਪਣੀ ਹੋਂਦ ਮਿਟੀ ਹੈ, ਮਾਂ ਦੀ ਹੋਂਦ ਬਣੀ ਹੈ। ਉਹਨੂੰ ਪਤਾ ਕਿ ਠੀਕ ਹੈ, ਮੈਨੂੰ ਜਨਮ ਦਿੱਤਾ, ਪਾਲਿਆ, ਪਰ ਜਦੋਂ ਦੁਬਾਰਾ ਇਹਦਾ ਨਾਮ ਮੇਰੇ ਨਾਲ ਜੁੜੇਗਾ ਕਿ ਫਲਾਣੇ ਦਾ ਬੱਚਾ ਹੈ, ਤਾਂ ਮੇਰੇ ਉੱਪਰ ਵੀ ਆਂਚ ਆਏਗੀ। ਇਸ ਕਰਕੇ ਉਹਦੀ ਹੋਂਦ ਤੋਂ ਕਿਨਾਰਾ ਕਰ ਲੈਂਦੀ ਹੈ ਜਦੋਂ ਅਪਰਾਧੀ ਬਣਦਾ ਹੈ ਉਹ। ਪਰ ਸੰਤ ਅਕਿਰਤ ਘਣ ਨੂੰ ਵੀ ਅਪਣਾ ਲੈਂਦਾ। ਉਹ ਗੁਰੂ ਸੁਖਮਨੀ ਸਾਹਿਬ ਦੀ ਬਾਣੀ 'ਚ ਵਾਕ ਆਉਂਦੇ ਨੇ। ਕਿਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਂ ਦਿਨ ਹਉ ਮੂਆ, ਪਾਛੈ ਪਿਆ ਆਨੰਦ। ਜਦੋਂ ਹਉ ਤੋਂ ਰਹਿਤ ਹੋਵਾਂਗੇ ਤਾਂ ਸਭ ਤੋਂ ਪਹਿਲਾਂ ਇਹ ਗੱਲ, ਜਿਹੜੀ ਮੇਰਾ ਆਪਣੇ ਨਿੱਜ ਦਾ ਅਭਿਆਸ ਹੈ, ਕਿ ਸਭ ਤੋਂ ਪਹਿਲਾਂ ਇਹ ਗੱਲ ਬੰਦਾ ਭੁੱਲ ਜਾਂਦਾ ਕਿ ਮੇਰਾ ਕੋਈ ਅਪਮਾਨ ਕਰ ਸਕਦਾ ਹੈ। ਜਦੋਂ ਬੰਦਾ ਹਉ ਨੂੰ ਮੇਟ ਲੈਂਦਾ ਹੈ ਨਾ, ਸਭ ਤੋਂ ਪਹਿਲਾਂ ਉਹ ਇਸ ਗੱਲ ਦਾ ਉਹਦੇ ਅੰਦਰ ਅਭਿਆਸ ਪੈਦਾ ਹੁੰਦਾ ਕਿ ਮੇਰਾ ਕੋਈ ਅਪਮਾਨ ਕਰ ਹੀ ਨਹੀਂ ਸਕਦਾ, ਕੋਈ ਮੈਨੂੰ ਦੁਖੀ ਕਰ ਹੀ ਨਹੀਂ ਸਕਦਾ, ਜਿਹਦੀ ਹਉਂ ਮਿਟ ਜਾਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੋਹੇ ਮਿਲਿਓ ਪ੍ਰਭ ਆਪਣਾ, ਮੈਂ ਆਪਣੇ ਪਰਮ ਸਰੂਪ ਨੂੰ ਮਿਲ ਗਿਆ। ਉਹ ਪਰਮ ਸਰੂਪ ਜਿਹੜਾ ਸਭ ਪ੍ਰਕਾਰ ਦੇ ਪ੍ਰਭਾਵਾਂ ਤੋਂ ਰਹਿਤ, ਜਿਵੇਂ ਪਰਮੇਸ਼ਰ ਨੂੰ ਨਿਰਲੇਪ ਕਿਹਾ ਜਾਂਦਾ। ਨਿਰਲੇਪ ਦਾ ਭਾਵ ਉਹਨੂੰ ਕਿਸੇ ਚੀਜ਼ਾਂ ਦਾ ਪ੍ਰਭਾਵ ਹੀ ਨਹੀਂ, ਜੋ ਕੁਝ ਮਰਜ਼ੀ ਵਾਪਰੀ ਜਾਏ। ਤਾਂ ਇਸੇ ਪ੍ਰਕਾਰ ਕਹਿੰਦੇ, ਜਿਹਦੀ ਹਉਂ ਮਿਟ ਗਈ ਹੈ, ਉਹਦੇ ਨਾਲ ਕੁਝ ਵੀ ਮਿਟਦਾ ਜਾਵੇ ਤੇ ਹਉਂ ਮਿਟਦੀ ਮੁਰਦੇ ਵਾਂਗ ਹੋ ਕੇ ਹੀ ਹੈ। ਜਿਵੇਂ ਮੁਰਦੇ ਦੀ ਕੋਈ ਹਉਂ ਨਹੀਂ ਹੁੰਦੀ, ਉਹਨੂੰ ਭਾਵੇਂ ਜਲਾ ਦਿਓ, ਭਾਵੇਂ ਸੁੱਟ ਦਿਓ, ਜਿਸ ਤਰ੍ਹਾਂ ਮਰਜ਼ੀ, ਉਹ ਕੋਈ ਇਤਰਾਜ਼ ਨਹੀਂ ਕਰਦਾ। ਇਸੇ ਪ੍ਰਕਾਰ ਜਿਹਦੀ ਹਉਂ, ਔਰ ਜਿਹਦੇ ਵਿੱਚ ਇੱਕ ਹੋਰ ਵੀ ਪੱਖ ਹੈ ਕਿ ਜਿਹਦੀ ਹਉਂ ਮਿਟਣ ਦਾ ਭਾਵ ਉਹ ਬਿਲਕੁਲ ਨਿਸ਼ਕਿਰਿਆ ਨਹੀਂ ਹੋ ਜਾਂਦਾ,
ਉਹ ਕਿਰਿਆਸ਼ੀਲ ਰਹਿੰਦਾ ਹੈ, ਪਰ ਉਹਦੀ ਕਿਰਿਆਸ਼ੀਲਤਾ ਦੇ ਵਿੱਚ ਪਰਮੇਸ਼ਰ ਦਾ ਨੇਮ ਵਰਤਦਾ ਹੈ। ਕਿਉਂਕਿ ਉਹ ਸੰਸਾਰ ਦੇ ਅਗਰ ਕਿਸੇ ਨੇ ਉਹਦੀ ਬੇਹੁਰਮਤੀ ਕਰਤੀ ਹੈ, ਨਰਾਦਰੀ ਕਰ ਦਿੱਤੀ ਹੈ, ਤੇ ਉਹਦਾ ਪ੍ਰਤੀ ਉੱਤਰ ਉਹ ਆਪ ਨਹੀਂ ਬਣਾਉਂਦਾ, ਉਹਦਾ ਪ੍ਰਤੀ ਉੱਤਰ ਦਿੰਦਾ ਹੈ ਕਿ ਇਹ ਜਿੰਨੇ ਇਹਦੀ ਨਰਾਦਰੀ ਕੀਤੀ ਹੈ, ਇਹਦਾ ਜਿਹੜਾ ਇਵਜ ਰੂਪ ਦੇ ਵਿੱਚ ਉੱਤਰ ਬਣਾਉਣਾ ਹੈ, ਉਹ ਮੈਂ ਨਹੀਂ ਬਣਾਉਣਾ, ਕਿਉਂਕਿ ਮੈਂ ਤਾਂ ਆਪਣੀ ਹੋਂਦ ਮੇਟ ਚੁੱਕਾ ਹਾਂ। ਇਸ ਕਰਕੇ ਮੇਰੀ ਸਾਰੀ ਹਾਲਤ, ਉਹ ਇਨਸਾਨ ਜਿਹਦੀ ਹੋਂਦ ਮਿਟ ਚੁੱਕੀ ਹੁੰਦੀ ਹੈ, ਨੋਟ ਕਰਦਾ ਕਿ ਮੇਰੀ ਸਾਰੀ ਹਾਲਤ ਉਸ ਅਕਾਲ ਪੁਰਖ ਸਿਰਜਣਹਾਰ ਨੂੰ ਪਤਾ ਹੈ, ਮੇਰੇ ਨਾਲ ਕੀ ਚੰਗਾ ਵਾਪਰਿਆ, ਕੀ ਮੰਦਾ ਵਾਪਰਿਆ, ਇਹਦਾ ਉੱਤਰ ਉਸ ਅਕਾਲ ਪੁਰਖ ਨੇ ਹੁਕਮ ਰੂਪ ਦੇ ਵਿੱਚ ਆਪ ਹੀ ਦੇਣਾ। ਮੈਂ ਆਪਣੀ ਦਖਲਅੰਦਾਜ਼ੀ ਨਹੀਂ ਕਰਨੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜਹਿ ਗੋਬਿੰਦ। ਮੇਰੇ ਜਿਹੜੇ ਸਾਰੇ ਸੰਗੀ ਹਨ, ਉਹ ਵੀ ਸਾਰੇ ਪਰਮੇਸ਼ਰ ਦੇ ਭਜਨ ਵੱਲ ਲੱਗ ਗਏ ਹਨ। ਇਸ ਪ੍ਰਕਾਰ 4 ਸ਼ਲੋਕਾਂ ਦੇ ਰੂਪ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਵਿਆਖਿਆ ਦੀ ਉਪਦੇਸ਼ ਰੂਪ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਮਨ ਉਨਾ ਚਿਰ ਡਗਮਗ ਕਰਦਾ ਹੈ ਜਿੰਨਾ ਚਿਰ ਵਿਕਾਰਾਂ ਦੇ ਸਹਿਤ ਹੋਵੇ, ਅਤੇ ਜਦੋਂ ਵਿਕਾਰਾਂ ਦਾ ਨਸ਼ਾ ਉਤਰ ਜਾਏ ਅਤੇ ਗੁਰ ਸ਼ਬਦ ਦਾ ਆਧਾਰ ਮਿਲ ਜਾਏ, ਮਨ ਟਿਕ ਜਾਂਦਾ ਹੈ। ਦੂਜੇ ਸ਼ਲੋਕ ਦੇ ਵਿੱਚ, ਜੀਵਨ ਦੇ ਬਾਹਰੀ ਸ਼ਿੰਗਾਰਾਂ ਦਾ ਕੋਈ ਅਰਥ ਨਹੀਂ ਅਗਰ ਸਾਡਾ ਮਨ ਰੱਬੀ ਗੁਣਾਂ ਦੇ ਨਾਲ ਨਹੀਂ ਸੱਜਿਆ ਹੋਇਆ ਹੈ। ਅਤੇ ਇਸੇ ਪ੍ਰਕਾਰ ਅਧਿਆਤਮ ਦਾ ਸਿਖਰਲਾ ਮੁਕਾਮ ਜਿਉਂਦਿਆਂ ਮ੍ਰਿਤਕ ਹੋਣਾ ਹੈ, ਭਾਵ ਕਿ ਆਪਣੀ ਹਉਂ ਨੂੰ ਪੂਰੀ ਤਰ੍ਹਾਂ ਮੇਟ ਲੈਣਾ ਹੈ, ਅਤੇ ਜੀਵਨ ਦੇ ਵਿੱਚ ਆਨੰਦ ਉਦੋਂ ਬਣੇਗਾ ਜਦੋਂ ਹਉਂ ਵਾਲੀ ਸਾਰੀ ਹੋਂਦ ਮਿਟ ਜਾਏਗੀ ਅਤੇ ਮਨੁੱਖ ਰੱਬੀ ਰੂਪ ਹੋ ਜਾਏਗਾ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਸੇਵਾ ਰੂਪ ਵਿੱਚ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।